ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ। या मैं अमृत ज्ञान है मानुख भगत बैराग। श्री गुरु ग्रंथ साहिब उदद बंदों कर अनुराग। श्री गुरु शब्द कमाए जिन जीते पंच विकार। तिन संतन को बंदना सिर चरणन पर तार। होवै सिबत समदी ਨੂਰੇ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੁਧ ਸੁਨ ਕਰ ਕਿਸ ਨਿਕਟ ਤੇ ਸਿੰਘ ਨ ਕਹਿਓ ਸੁਨਾਏ। ਜੇਰ ਦਸਤਲਾ ਪੁਰੀ ਕੋ ਸੂਬਾ ਬਹੁ ਦੁਖਦਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਪ੍ਰੇਮੀਓ, ਸ਼ਾਮ ਦੇ ਪਿਛਲੇ ਪਹਿਰ ਨਿਤਾਪਤੀ ਆਪਾਂ ਗੁਰੂ ਦਰਬਾਰ ਵਿੱਚ ਜੋਗਤ ਹੋ ਕੇ ਮਾਨਸ ਦੇਹੀ ਨੂੰ ਸਫਲ ਕਰਨ ਵਾਸਤੇ ਭਉ ਭਗਤੀ ਦੀ ਲਾਈਨ ਵਿੱਚ ਇਸਤਤ ਹੁੰਦੇ ਹਾਂ। ਆਪ ਸਾਰਿਆਂ ਦੇ ਹਿਰਦੇ 'ਚ ਬਿਰਤ ਹੋਵੇ। ਅੱਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਵੀ ਹੈ। ਕੱਲ ਦੇ ਦਿਨ ਆਪਾਂ ਵਿਚਾਰ ਚੁੱਕੇ ਹਾਂ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾਏ ਸਨ। ਅੱਜ ਦੇ ਦਿਨ ਆਪ ਜੀ ਕੀਰਤਪੁਰ ਸਾਹਿਬ ਵਿਖੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਤਖਤ ਦੇ ਉੱਤੇ ਗੁਰਤਾ ਗੱਦੀ ਤੇ ਬਿਠਾ ਕਰਕੇ ਪੋਤਰੇ ਨੂੰ ਆਪ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਸੱਚਖੰਡ ਨੂੰ ਗਏ ਹਨ। ਇਹ ਅੰਮ੍ਰਿਤਮਈ ਕਥਾ ਸੰਖੇਪ ਨਾਲ ਮਗਰੋਂ ਵਿਚਾਰਾਂਗੇ। ਜਿਸ ਪ੍ਰਕਾਰ ਆਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹੀ ਸਰੂਪ ਹਨ। 10ਵੇਂ ਜਾਮੇ 'ਚ ਉਹ ਜਿਹੜੀ ਸਿੱਖ ਸੰਗਤਾਂ ਦੀ ਫੁਲਵਾੜੀ ਗੁਰੂ ਨਾਨਕ ਦੇਵ ਜੀ ਦੀ ਲਾਈ ਹੋਈ ਹਰੀ ਭਰੀ ਸਾਧ ਸੰਗਤ ਜੀ ਜਿਹੜੀ ਹੈ, ਜਿਸ ਨੂੰ ਕੋਈ ਸਿਖਾਉਣ ਵਾਲਾ ਨਹੀਂ ਜੰਮਿਆ, ਐਸਾ ਅੰਮ੍ਰਿਤ ਦਾ ਛਿੱਟਾ ਦਿੱਤਾ ਹੋਇਆ ਹੈ। ਅੰਮ੍ਰਿਤ ਵੀ ਨਹੀਂ ਮੁੱਕੇਗਾ ਔਰ ਫੁਲਵਾੜੀ ਵੀ ਸੁੱਕੇਗੀ ਨਹੀਂ। ਜਿੱਥੇ ਔੜ ਲੱਗਦੀ ਹੈ ਖੇਤੀ ਉੱਥੇ ਸੁੱਕਦੀ ਹੈ, ਜਿੱਥੇ ਔੜ ਨਹੀਂ ਲੱਗਦੀ ਵਾਤਾਵਰਨ ਸਾਧ ਸੰਗਤ ਜੀ ਸਜਲ ਹੈ, ਉੱਥੇ ਫੁੱਲ ਵੀ ਟਹਿਕਦੇ ਹਨ। ਇਹ ਅੰਮ੍ਰਿਤਮਈ ਬਾਣੀ ਜਿਤਨੀ ਸੱਚੇ ਪਾਤਸ਼ਾਹ ਨੇ ਬਖਸ਼ ਦਿੱਤੀ, ਗੁਰਸਿੱਖੋ ਗੁਰਸਿੱਖੀ ਦੀ ਫੁਲਵਾੜੀ ਨੂੰ ਹਰ ਵੇਲੇ ਖੜਾ ਕੇ ਰੱਖਦੀ ਹੈ। ਆਪਣਾ ਜੀਵਨ ਗੁਰਬਾਣੀ ਦੇ ਆਸਰੇ ਹੈ। ਜਿਵੇਂ ਬਿਰਛ ਜੰਗਲਾਂ 'ਚ ਖੜੇ ਹੀ ਸੁੱਕ ਜਾਂਦੇ ਹਨ, ਕੜਸੋਕੜ ਬਿਰਛ ਕਦੇ ਖੜੇ ਦੇਖੀਏ, ਜੇ ਉਹਨਾਂ ਨੂੰ ਹੱਥ ਲਾਈਏ ਕੜਕਦੇ ਨੇ, ਡੱਕੇ ਟੁੱਟ ਜਾਂਦੇ। ਜਿਹੜੇ ਹਰੇ ਭਰੇ ਬਿਰਛ ਹਨ ਉਹਨਾਂ ਦੀਆਂ ਟਾਹਣੀਆਂ ਨੂੰ ਝੁਕਾਓ ਛੇਤੀ ਟੁੱਟਦੀਆਂ ਹੀ ਨਹੀਂ ਹਨ। ਕਾਰਨ ਕੀ ਹੈ? ਉਹਨਾਂ ਦੇ ਅੰਦਰ ਪਾਣੀ ਦੀ ਅੰਸ਼ ਹੈ, ਹਰੇ ਭਰੇ ਨੇ ਤਾਂ ਟੁੱਟਦੇ ਨੇ। ਉਹ ਜਿਹੜੇ ਸੁੱਕ ਜਾਂਦੇ ਨੇ ਉਹ ਕੜਕਦੇ ਨੇ, ਟੁੱਟ ਜਾਂਦੇ ਨੇ। ਇਸੇ ਤਰ੍ਹਾਂ ਜੇ ਨਾਸਤਕ ਨੇ ਸਾਧ ਸੰਗਤ ਜੀ, ਉਹਨਾਂ ਦੇ ਅੰਦਰ ਉਹ ਕੜਸੋਕੜ ਬਿਰਛ ਹਨ। ਉਹਨਾਂ ਦੇ ਨਾਲ ਗੱਲ ਕਰੀਏ, ਕਹਿੰਦਾ ਝੁਕਦਾ ਨਹੀਂ, ਟੁੱਟ ਜੂ, ਫਿਕਰ ਨਾ ਕਰ, ਆ ਮੇਰੇ ਮੁਕਾਬਲੇ ਤੇ। ਐਸੇ ਲੋਕ ਨੇ ਹੰਕਾਰੀ। ਲੇਕਿਨ ਗੁਰੂ ਘਰ ਵਿੱਚ ਨਿਵੇ ਸੋ ਗੌਰਾ ਹੋਏ। ਜਿਹੜਾ ਭਾਈ ਇੱਥੇ ਸੰਗਤ ਨੂੰ ਆ ਕੇ ਝੁਕੇਗਾ ਉਹੀ ਉੱਚ ਪਦਵੀ ਦਾ ਮਾਲਕ ਹੈ। ਸੋ ਐਸੇ ਸਿੱਖ ਸੰਗਤਾਂ ਨੂੰ ਗੁਰਸਿੱਖ ਕੱਲਾ ਕੱਲਾ ਸਾਧ ਸੰਗੀ ਬੂਟਾ ਹੈ ਗੁਰੂ ਨਾਨਕ ਦੇਵ ਦੀ ਫੁਲਵਾੜੀ ਦਾ। ਆਪਾਂ ਨੂੰ ਸਰ ਸਬਜ਼ ਕਰਨ ਵਾਸਤੇ ਸ਼ਰਧਾ ਦਾ ਸਾਧ ਸੰਗਤ ਜੀ ਹਰ ਵੇਲੇ ਪ੍ਰੇਮ ਭਾਵ ਪ੍ਰਗਟ ਕਰਨ ਵਾਸਤੇ ਆਪ ਜੀ ਨੇ ਇਹ ਗੁਰਬਾਣੀ ਨਾਲ ਸਾਧ ਸੰਗਤ ਜੀ ਗੁਰ ਖਾਲਸੇ ਨੂੰ ਸਿੰਜਿਆ ਹੈ। ਐਸੀ ਸਿੰਜਣਾ ਸਾਧ ਸੰਗਤ ਜੀ ਕੀਤਾ। ਇਹ ਫੁਲਵਾੜੀ ਕਦੇ ਸੁੱਕੇਗੀ ਨਹੀਂ। ਧਰਮ ਫੁੱਲ ਫਲ ਗਿਆਨ, ਗੁਰਬਾਣੀ ਦੀ ਗਵਾਹੀ ਹੈ। ਜਿਵੇਂ ਫੁਲਵਾੜੀਆਂ ਨੂੰ ਫੁੱਲ ਲੱਗਦੇ, ਉੱਥੇ ਜਿੱਥੇ ਫੁੱਲ ਆਉਂਦਾ ਉੱਥੇ ਫਲ ਵੀ ਲੱਗਦੇ। ਇੱਥੇ ਜਿਹੜੇ ਗੁਰੂ ਕੇ ਸਿੱਖ ਆ ਕੇ ਧਰਮੀ ਬਣ ਜਾਂਦੇ। ਕਥਾ ਕੀਰਤਨ ਸੁਣ ਕੇ, ਕਥਾ ਕੀਰਤਨ ਦਾ ਸਿਧਾਂਤ ਕੀ ਹੈ? ਨਗੁਰੇ ਪੁਣੇ ਨੂੰ ਤਿਆਗ ਦੇਣਾ, ਗੁਰੂ ਕਾ ਅੰਮ੍ਰਿਤ ਛਕ ਕੇ ਸਤ ਸੰਗਤ ਸਿੱਖੀ ਧਾਰਨ ਕਰਨੀ, ਔਰ ਜੋ ਗੁਰੂ ਕਾ ਹੁਕਮ ਹੈ ਸਤ ਕਰਕੇ ਮੰਨਣਾ। ਜਦੋਂ ਸਤ ਸੰਗਤ ਜੀ ਇਹ ਧਾਰ ਲਵਾਂਗੇ, ਉਸ ਵੇਲੇ ਧਰਮ ਦੇ ਫੁੱਲ ਲੱਗੇ ਆਉਂਦੇ ਆ। ਪਹਿਲੇ ਧਰਮ ਦੇ ਫੁੱਲ
ਫੁੱਲਾਂ ਤੋਂ ਬਾਅਦ ਕਹਿੰਦੇ ਫਲ ਲੱਗਦਾ ਹੈ। ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਾਂ ਫੂਲ ਬਲਾਏ। ਜਿਤਨੀ ਬਨਾਸਪਤੀ ਹੈ ਫਲ ਵਾਸਤੇ ਫੁੱਲ ਪ੍ਰਫੁੱਲਤ ਹੁੰਦੀ ਹੈ। ਪਹਿਲਾਂ ਫੁੱਲ ਆਉਂਦੇ ਨੇ, ਜਦੋਂ ਫਲ ਉੱਤਰੇ ਆਉਂਦਾ ਫੁੱਲ ਪਤਾ ਨਹੀਂ ਕਿੱਧਰ ਨੂੰ ਉੱਡ ਜਾਂਦੇ ਨੇ, ਹੱਥ ਵਿੱਚ ਨਹੀਂ ਆਉਂਦੇ। ਇਉਂ ਸਾਰੇ ਗੁਰਸਿੱਖ ਜਦੋਂ ਸੱਚ ਨਹੀਂ ਜਿਹੜੇ ਧਰਮੀ ਨੇ, ਇਹ ਮੰਨੋ ਫੁਲਵਾੜੀ ਦੀ ਨਹੀਂ ਆਈ, ਫੁੱਲ ਖਿੜ ਰਹੇ ਹਨ ਗੁਰੂ ਕੇ ਸਿੱਖਾਂ। ਫੁੱਲਾਂ 'ਚੋਂ ਸੁਗੰਧੀ ਆਉਂਦੀ, ਤੁਹਾਡੇ ਸਾਰਿਆਂ 'ਚੋਂ ਦੁਰਗੰਧੀ ਨਹੀਂ ਆਉਂਦੀ, ਸੁਗੰਧੀ ਆਉਂਦੀ। ਕਿਸੇ ਨੂੰ ਬੁਲਾ ਕੇ ਦੇਖ ਲਓ, ਜੀ ਤੋਂ ਬਿਨਾਂ ਕੋਈ ਬੋਲੇਗਾ ਹੀ ਨਹੀਂ। ਬੜਾ ਪਿਆਰ ਨਾਲ ਨਿਮਰਤਾ ਧਾਰ ਕੇ ਇੱਕ ਦੂਜੇ ਪਰਸਪਰ ਆਪਾਂ ਬੋਲਦੇ ਹਾਂ। ਇਦੋਂ ਵੱਡੀ ਹੋਰ ਸੁਗੰਧੀ ਕੀ ਹੈ। ਮਨਮਤੀਏ ਲੋਕ ਨੇ, ਉਹਨਾਂ ਦੁਰਗੰਧੀ ਆਉਂਦੀ ਹੈ, ਗਾਲ ਕੱਢੀ ਕਿ ਨਾ ਗੱਲ ਨਹੀਂ ਕਰਦੇ, ਬੁਲਾਉਣਾ ਵੀ ਗਾਲ ਨਾਲ। ਉਹ ਜਿਹੜੀਆਂ ਆਦਤਾਂ ਨੇ ਉਹਨਾਂ ਨੂੰ ਤਿਆਗ ਕੇ ਫੁਲਵਾੜੀ ਸਭ ਤੋਂ ਹਰੇ ਭਰੀ ਰਹਿੰਦੀ ਹੈ। ਗੁਰੂ ਨਾਨਕ ਦੇਵ ਦੇ ਘਰ ਦੀ ਧਰਮ ਫੁੱਲ, ਫਲ ਗਿਆਨ। ਆਹ ਗੁਰਬਾਣੀ ਦੁਆਰਾ ਜਿਹੜਾ ਗਿਆਨ ਪ੍ਰਾਪਤ ਹੋਣਾ, ਇਹ ਫਲ ਲੱਗਣਾ ਹੈ। ਫਲ ਦੇ ਅੰਦਰ ਤੋਂ ਰਸ ਹੁੰਦਾ ਹੈ। ਗੁਰਬਾਣੀ ਦੁਆਰਾ ਜਿਹੜਾ ਆਨੰਦ ਆਉਂਦਾ, ਬ੍ਰਹਮਾ ਆਨੰਦ, ਇਹ ਸਤ ਸੰਗਤ ਜੀ ਨਾ ਖਾਣ ਦਾ, ਨਾ ਪੀਣ ਦਾ, ਨਾ ਪਹਿਨਣ ਦਾ, ਨਾ ਸੁਣਨ ਦਾ। ਇਹ ਅਚਰਜ ਹੀ ਜਿਹੜਾ ਰਸ ਹੈ। ਸੰਗਤ ਜਦੋਂ ਕੀਰਤਨ ਦਾ ਆਨੰਦ, ਸ਼ਬਦ ਬਾਣੀ ਦਾ ਗੁਰਮੁਖ ਲੈਂਦਾ, ਜੇ ਕੋਈ ਪੁੱਛੇ ਵੀ ਕਿਹਾ ਜਾਂ ਤੈਨੂੰ ਰਸ ਆਇਆ ਸੀ, ਉਹ ਕਹਿੰਦਾ ਪ੍ਰੇਮੀਆ ਸੰਗਤ ਜਾ ਕੇ ਦੇਖ ਲਈ, ਮੈਂ ਤੈਨੂੰ ਦੱਸ ਹੀ ਨਹੀਂ ਸਕਦਾ। ਕਹੋ ਕਬੀਰ ਗੂੰਗੇ ਖੁੜਖਾਇਆ, ਪੁੱਛੇ ਤੇ ਕਿਆ ਕਹੀਏ। ਇਸ ਕਰਕੇ ਖਾਲਸਾ ਜੀ, ਬ੍ਰਹਮਾਨੰਦ ਰਸ ਦੇ ਨਾਲ ਬ੍ਰਹਮ ਗਿਆਨ ਫਲ ਭਰਿਆ ਹੋਇਆ ਹੈ। ਜਿਨ੍ਹਾਂ ਪ੍ਰੇਮੀਆਂ ਨੂੰ ਇਹ ਫਲ ਪ੍ਰਾਪਤ ਹੋਇਆ, ਮੁੜ ਕੇ ਉਹਨਾਂ ਦਾ ਜਨਮ ਨਹੀਂ ਹੈ, ਬ੍ਰਹਮ ਵਿੱਚ ਲੀਨ ਹੋ ਗਏ ਹਨ। ਇਹ ਆਪਣਾ ਸਾਰਿਆਂ ਦਾ ਨਿਸ਼ਾਨਾ ਹੈ। ਐਸੀ ਸੰਗਤ ਦੇ ਵਿੱਚ ਆ ਕੇ ਸਤ ਸੰਗਤ ਜੀ ਆਪਾਂ ਨਾਮ ਧਰੀਕ ਸਿੱਖ ਅਖਵਾਉਂਦੇ ਹੋਏ ਹਾਜ਼ਰੀਆਂ ਭਰਦੇ ਹਾਂ। ਸੋ ਸਤ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਸ ਪ੍ਰਕਾਰ ਜਿਹੜੇ ਸਕਾਮੀ ਪ੍ਰੇਮੀ ਨੇ, ਵਰਖਾ ਨਹੀਂ ਹੋਈ, ਸਾਰੇ ਲੋਕ ਬੇਨਤੀਆਂ ਕਰਦੇ, ਆਪ ਜੀ ਨੇ ਵਰਖਾ ਪਵਾਈਆਂ। ਸਾਰੀਆਂ ਸਿੱਖ ਸੰਗਤਾਂ ਨੂੰ ਤਾਪ ਚੜ੍ਹਨ ਲੱਗ ਗਿਆ। ਕਹਿਣ ਲੱਗੇ ਭਾਈ ਕੇਸ ਰੱਖੋ, ਸਿੱਖੀ ਧਾਰੋ, ਤਾਪ ਤਾਂ ਇਸ ਦੇਸ਼ ਵਿੱਚੋਂ ਨੱਠ ਜਾਵੇਗਾ। ਆਗਿਆ ਮੰਨੀ, ਸਾਰਿਆਂ ਨੂੰ ਤੰਦਰੁਸਤੀ ਪ੍ਰਾਪਤ ਹੋਈ। ਇਹ ਪ੍ਰਸੰਗ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ। ਜਿਵੇਂ ਅੱਗੇ ਕਥਾ ਆ ਰਹੀ ਹੈ, ਆਪ ਸੁਣੋ। ਥੋੜ੍ਹੀ ਜਿਹੀ ਕਥਾ ਕਰਕੇ ਸਤਸੰਗ ਜੀ ਫਿਰ ਆਪਾਂ 6ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਦਾ ਜਿਸ ਪ੍ਰਕਾਰ ਆਪ ਜੀ ਸਮਾਏ ਹਨ, ਉਹ ਵਿਚਾਰ ਵਟਾਂਦਰਾ ਆਪਾਂ ਕਰਾਂਗੇ। ਆਓ ਬਿਰਤੀਆਂ ਨੂੰ ਕਾਗਰ ਕਰਕੇ ਸੁਣੀਏ। ਸੁਧ ਸੁਨ ਕਰ ਕਿਸ ਨਿਕਟ ਤੇ, ਇਸੇ ਤੋਂ ਸਾਧ ਸੰਗਤ ਜੀ ਖਬਰ ਸੁਣੀ। ਸਿੰਘ ਨ ਕਹਿਓ ਸੁਨਾਏ, ਸਿੰਘਾਂ ਨੇ ਆ ਕੇ ਦੱਸਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ। ਜੇਰ ਦਸਤ ਲਾਪੁਰੀ ਕੋ, ਸਿੰਘ ਕਹਿੰਦੇ ਮਹਾਰਾਜ ਅਸੀਂ ਆਵਾਜ਼ ਸੁਣੀ ਹੈ ਪਰਜਾ ਦੀ, ਜਿਹੜਾ ਲਾਹੌਰ ਦਾ ਸੂਬਾ ਜੇਰ ਦਸਤ ਹੈ, ਸੂਬਾ ਬਹੁ ਦੁਖਦਾਏ। ਉਹ ਸੰਗਤਾਂ ਨੂੰ ਦੁੱਖ ਬੜੇ ਦਿੰਦਾ ਹੈ। ਕਿਉਂ ਸਾਧ ਸੰਗਤ ਜੀ, ਕਦੀਮੀ ਸਿੱਖੀ ਸੀ, ਉਹ ਪਾਕਿਸਤਾਨ ਦੇ ਇਲਾਕੇ ਸੀ। ਗੁਰੂ ਨਾਨਕ ਦੇਵ ਜੀ ਨੇ ਨਨਕਾਣੇ ਸਾਹਿਬ ਅਵਤਾਰ ਧਾਰਿਆ, ਰਾਵਲਪਿੰਡੀ ਵਗੈਰਾ, ਕਾਬਲ ਕੰਧਾਰ ਤੱਕ ਸਤ ਸੰਗਤ ਧੁੰਮਾਂ ਪਾ ਦਿੱਤੀਆਂ। ਬੜੀ ਭਾਰੀ ਉੱਥੇ ਗੁਰਸਿੱਖੀ ਸੀ। ਜਿਹੜੇ ਪ੍ਰੇਮੀ ਸਤ ਸੰਗਤ ਜੀ ਉੱਜੜ ਕੇ ਆ ਕੇ ਸਾਰੇ ਹਿੰਦੁਸਤਾਨ 'ਚ ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ। ਸੋ ਗੁਰੂ ਨਾਨਕ ਦੇਵ ਸਾਹਿਬ ਜੀ ਉੱਧਰ ਵਿਚਰੇ ਸੀ। ਇਸ ਕਰਕੇ ਉਹ ਜਿਹੜੀ ਸਿੱਖੀ ਸੀ ਸਤ ਸੰਗਤ ਜੀ ਫੈਲ ਰਹੀ। ਉੱਧਰੋਂ ਸੰਗਤਾਂ ਦਰਸ਼ਨਾਂ ਨੂੰ ਬਹੁਤ ਆਉਂਦੀਆਂ। ਇੱਥੇ ਤੱਕ ਕਿ ਜਦੋਂ 10ਵੇਂ ਪਾਤਸ਼ਾਹ ਸਤ ਸੰਗਤ ਜੀ ਅਨੰਦਪੁਰ ਸਾਹਿਬ ਤੋਂ ਵੀ ਚਲੇ ਗਏ, ਜੰਗਲ ਦੇ ਇਲਾਕੇ 'ਚ ਬਸਣ ਲੱਗ ਗਏ, ਫਿਰ ਵੀ ਸੰਗਤਾਂ ਸਤ ਸੰਗਤ ਜੀ ਦਰਸ਼ਨਾਂ ਨੂੰ ਭਾਲ ਕੇ ਮਹਾਰਾਜ ਦੇ ਦਰਸ਼ਨ ਕਰਦੀਆਂ ਜੰਗਲ ਦੇ ਇਲਾਕੇ ਵਿੱਚ। ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ। 10ਵੇਂ ਪਾਤਸ਼ਾਹ ਨੇ ਆਪ ਬਚਨ ਕਹੇ ਨੇ। ਲੱਖੀ ਜੰਗਲ ਸਤ ਸੰਗਤ ਜੀ ਬਠਿੰਡੇ ਜ਼ਿਲ੍ਹੇ ਵਿੱਚ ਹੈ, ਬੜਾ ਭਾਰੀ ਸਥਾਨ। ਬਾਹਰ ਕੋਈ ਪਿੰਡ ਨੇੜੇ ਨਹੀਂ। ਉੱਥੇ ਪੱਛਮ ਦੀ ਸੰਗਤ ਸਤ ਸੰਗਤ ਜੀ ਦਰਸ਼ਨਾਂ ਨੂੰ ਆਈ। ਆਪ ਰਸਨਾ ਤੋਂ ਕਿਹਾ ਹੈ, ਸੁਣ ਕੇ ਸੱਦ ਮਾਹੀ ਦਾ, ਮੇਹੀ ਪਾਣੀ ਘਾਹੋ ਮਤੋਨੇ। ਜਿਵੇਂ ਰਾਂਝੇ ਦੇ ਸਤ ਸੰਗਤ ਜੀ ਆਵਾਜ਼ ਨੂੰ ਸੁਣ ਕੇ ਗਾਈਆਂ ਤੇ ਮੱਝੀਆਂ ਨਾ ਘਾਹ ਵੀ ਤਿਆਗ ਦਿੰਦੀਆਂ ਸੀ ਖਾਣਾ, ਤੇ ਪਾਣੀ ਪੀਣਾ ਵੀ ਤਿਆਗ ਕੇ ਉਹਦੇ ਮਗਰ ਲੱਗ ਲੈਂਦੀਆਂ ਸੀ। ਐ ਗੁਰੂ ਕੇ ਸਿੱਖ ਸਾਡੇ ਭਾਈ ਪ੍ਰੇਮ ਦੇ ਬੱਧੇ ਥਾਂ ਤੇ ਵਹੀਰਾਂ ਕੱਤੀ ਆ ਰਹੇ ਨੇ। ਅਸੀਂ ਐਸੀਆਂ ਸੰਗਤਾਂ ਤੋਂ ਕੁਰਬਾਨ ਜਾਂਦੇ ਹਾਂ। ਜਿੱਥੇ ਜਿੱਥੇ ਵੀ ਸਤਿਗੁਰੂ ਚਰਨ ਪਾਉਂਦੇ, ਸੰਗਤਾਂ ਪ੍ਰੇਮ ਦੀ ਖਿੱਚ ਕਰਕੇ ਉੱਥੇ ਜਾ ਕੇ ਦਰਸ਼ਨ ਕਰਦੀਆਂ ਹੁੰਦੀਆਂ। ਸੋ ਬਹੁਤ ਸਾਰੇ ਲੋਕਾਂ ਤੋਂ ਸੁਣ ਕੇ ਸਿੰਘਾਂ ਨੇ 10ਵੇਂ ਪਾਤਸ਼ਾਹ ਨੂੰ ਕਿਹਾ, ਮਹਾਰਾਜ ਜੀ ਜਿਹੜੀ ਪੱਛਮ ਵੱਲੋਂ ਸੰਗਤ ਆਉਂਦੀ ਹੈ, ਲਾਹੌਰ ਤਾਂ ਬੜਾ ਭਾਰੀ ਰਸਤਾ, ਉੱਥੋਂ ਦੀ ਲੰਘ ਕੇ ਹੀ ਆਉਂਦੇ ਨੇ ਪਰੇ ਇਲਾਕੇ 'ਚੋਂ। ਇਹ ਜਿਹੜਾ ਜੇਰ ਦਾ ਸੂਬਾ ਸੰਗਤਾਂ ਨੂੰ ਲੁੱਟ ਲੈਂਦਾ।
ਆਪਦੇ ਨੌਕਰਾਂ ਨੂੰ ਭੇਜ ਕੇ ਤੁਰਕਾਂ ਨੂੰ ਉਹਨਾਂ ਨੂੰ ਤੰਗ ਕਰਦੇ ਆ ਸੰਗਤ ਨੂੰ ਆਉਂਦੀ ਨੂੰ। ਸੰਗਤ ਛੀਨ ਲਈ ਇਤਿਆਵਤ, ਇੱਧਰ ਤੁਹਾਡੇ ਵੱਲ ਨੂੰ ਸੰਗਤ ਪੱਛਮ ਵੱਲੋਂ ਆਉਂਦੀ ਹੋਈ ਉਹਨੂੰ ਲੁੱਟ ਲੈਂਦੇ ਨੇ, ਸੋਹਣੀਆਂ ਵਸਤੂਆਂ ਖੋਹ ਲੈਂਦੇ ਨੇ ਸੰਗਤ ਤੋਂ। ਤਜੈ ਨ ਨਾਮ ਗੁਰੂ ਸੁਨ ਪਾਵਤ, ਇਹ ਸੁਣ ਲੈਂਦੇ ਨੇ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਸੰਗਤ ਜਾ ਰਹੀ ਆ ਸਫ਼ਰ ਕਰਦੀ, ਉਹਨਾਂ ਨੂੰ ਮਾਫ ਨਹੀਂ ਕਰਦਾ, ਜਦ ਹੀ ਲੁੱਟ ਲੈਂਦਾ। ਇੱਕ ਦਿਨ ਫੇਰ ਦਈ ਸੁਧ ਕਾਹੂ, ਇੱਕ ਦਿਨ ਮਹਾਰਾਜ ਕੋਲੇ ਸੁਣਾ ਦਿੱਤੀ, ਥੋੜੇ ਜਿਹੇ ਦਿਨ ਬਾਅਦ ਫੇਰ ਕਿਸੇ ਨੇ ਖਬਰ ਦੇ ਦਿੱਤੀ। ਸੂਬਾ ਜੋ ਸਰਹੰਦ ਕੇ ਮਾਹੂ, ਲੋ ਮਹਾਰਾਜ ਇੱਕ ਹੋਰ ਖਬਰ ਸੁਣੀ ਹੈ, ਜੋ ਸਰਹੰਦ ਦਾ ਵਜੀਦ ਖਾਂ ਸੂਬਾ ਬੜਾ ਭਾਰੀ ਪਾਪੀ, ਤਿਨ ਪੀ ਸੰਗਤ ਲੀਨ ਸਸ਼ੀਨ, ਉਹਨੇ ਜੀ ਸੰਗਤ ਆਉਂਦੀ ਸੀ ਪਹਾੜ ਵੱਲੋਂ ਤੁਹਾਡੇ ਦਰਸ਼ਨਾਂ ਨੂੰ, ਉਹਨੇ ਵੀ ਸੰਗਤ ਨੂੰ ਲੁੱਟ ਲਿਆ ਹੈ। ਸੰਗਤ ਦੇ ਸੋਹਣੇ ਜਿਹੜੇ ਪਦਾਰਥ ਸੀ ਲਈ ਆ ਰਹੀ ਤੁਹਾਡੇ ਵਾਸਤੇ, ਉਹ ਖੋਲੇ ਮੁਸਲਮਾਨਾਂ ਨੇ। ਮੂੜਕ ਤਸਤ ਕਾਜ ਕੋ ਕੀਨ, ਮਹਾਰਾਜ ਵਜੀਦੇ ਨੇ ਮੂਰਖ ਨੇ ਬਹੁਤਾ ਖੋਟਾ ਕੰਮ ਕੀਤਾ ਹੈ। ਸੁਨ ਗੁਰ ਬੋਲੇ ਧਰ ਕੈ ਰੋਸਾ, ਮਹਾਰਾਜ ਨੇ ਵੀਰ ਰਾਸ ਧਰ ਕੇ ਖਾਲਸਾ ਜੀ ਉਸ ਵੇਲੇ ਬੋਲਣਾ ਕੀਤਾ। ਸੂਬੇ ਕੋ ਸੰਗਤ ਨੇ ਖੋਸਾ, ਕਹਿੰਦੇ ਭਾਈ ਐ ਨਹੀਂ ਕਦੇ ਅਸੀਂ ਖਬਰ ਸੁਣੀ ਬਈ ਸੰਗਤ ਨੇ ਸੂਬਾ ਲੁੱਟ ਲਿਆ। ਜਦੋਂ ਤੁਸੀਂ ਖਬਰ ਸੁਣਾਉਂਦੇ ਹੋ ਬਈ ਸੂਬੇ ਨੇ ਸੰਗਤ ਲੁੱਟ ਲਈ, ਐ ਆ ਕੇ ਸਾਨੂੰ ਕਹਿੰਦੇ ਹੋ। ਇਸ ਵਿਧਿਆਨ ਕਹਿਤ ਨੈ ਕੂ, ਇਸ ਵਿਧੀ ਨਾਲ ਕੋਈ ਆ ਕੇ ਨਹੀਂ ਕਹਿੰਦਾ, ਸਾਡੇ ਕੋਲ ਖਬਰ ਨਹੀਂ ਦਿੰਦਾ ਵੀ ਅੱਜ ਸੂਬਾ ਲੁੱਟ ਲਿਆ ਸੰਗਤ ਨੇ। ਸੰਗਤ ਛੀਨੀ ਭਾਗਤ ਸੋਊ, ਜਿਹੜਾ ਆਉਂਦਾ ਸਾਰੇ ਕਹਿੰਦੇ ਜੀ ਅੱਜ ਸੰਗਤ ਲੁੱਟੀ ਗਈ, ਅੱਜ ਤੁਰਕਾਂ ਨੇ ਉਹਨਾਂ ਦੇ ਪਦਾਰਥ ਖੋਲੇ। ਪੁਨ ਸਭਿਨ ਕੋ ਕਹਿਓ ਸੁਨਾਏ, ਉਸ ਵੇਲੇ ਫਿਰ 10ਵੇਂ ਪਾਤਸ਼ਾਹ ਨੇ ਸਾਰਿਆਂ ਨੂੰ ਕਹਿ ਕੇ ਸੁਣਾਇਆ। ਸਾਚ ਕਹੈ ਸਿੱਖ ਜੋਤ ਸਮੁਦਾਏ, ਹਾਂਜੀ ਸਾਚ ਕਹੈ ਸਿੱਖ ਜੋਤ ਸਮੁਦਾਏ। ਅੱਛਾ ਹਾਂਜੀ ਸੱਚ ਕਹਿੰਦੇ ਹੋ, ਬੀਤੀ ਨੋ ਸਤਿਗੁਰ ਪਾਤਸ਼ਾਹੀ, ਸੰਗਤ ਨੂੰ ਲੁੱਟਣ ਦਾ 9 ਪਾਤਸ਼ਾਹੀਆਂ ਤੱਕ ਗੁਰੂ ਸਾਹਿਬ ਜੀ ਸ਼ਾਂਤ ਰਹੇ। ਕੇਵਲ 6ਵੇਂ ਪਾਤਸ਼ਾਹ ਨੇ ਵੀਰ ਰਸ ਧਾਰ ਕੇ, ਉਹ ਵੀ ਜਦੋਂ ਬਹੁਤੀ ਅੱਤ ਚੱਕ ਲਈ ਸ਼ਾਹਜਹਾਨ ਚੜ੍ਹ ਕੇ ਆਇਆ। ਇੱਕ ਸਾਧ ਸੰਗਤ ਜੀ ਚੇਤੇ ਰੱਖਿਓ, ਗੁਰੂ ਕੇ ਕਿਸੇ ਤੇ ਚੜ੍ਹ ਕੇ ਨਹੀਂ ਗਏ, ਕਿਸੇ ਤੇ ਚੜ੍ਹਾਈ ਨਹੀਂ ਕੀਤੀ ਫੌਜ ਲੈ ਕੇ। ਜਿਹੜਾ ਚੜ੍ਹ ਕੇ ਆਇਆ ਬੇਈਮਾਨ, ਉਹਦੇ ਨਾਲ ਧਰਮ ਦਾ ਯੁੱਧ ਕੀਤਾ ਹੈ। 6ਵੇਂ ਪਾਤਸ਼ਾਹ ਚੜ੍ਹ ਕੇ ਲਾਹੌਰ ਤੇ ਨਹੀਂ ਗਏ, ਲਾਹੌਰ ਤੋਂ ਫੌਜ ਚੜ੍ਹ ਕੇ ਆਈ, ਪਹਿਲਾ ਜੰਗ ਅੰਮ੍ਰਿਤਸਰ ਸਾਹਿਬ ਕੀਤਾ। 4 ਜੰਗ ਆਪ ਜੀ ਨੇ ਸਾਧ ਸੰਗਤ ਜੀ ਕੀਤੇ ਹਨ। ਉਸ ਤੋਂ ਬਾਅਦ 7ਵੇਂ ਪਾਤਸ਼ਾਹ ਜਦੋਂ ਗੁਰਤਾ ਗੱਦੀ ਦਿੱਤੀ, ਪੁੱਛਦੇ ਨੇ ਮਹਾਰਾਜ ਫੌਜ ਰੱਖੀਏ, ਕੀ ਹੁਕਮ ਹੈ? ਤੋਂ ਬਾਅਦ 6ਵੇਂ ਪਾਤਸ਼ਾਹ ਕਹਿੰਦੇ ਫੌਜ ਜ਼ਰੂਰ ਰੱਖਣੀ ਹੈ ਪਰ ਲੜਨਾ ਨਹੀਂ ਕਿਸੇ ਨਾਲ। ਕਹਿੰਦੇ ਜੇ ਕੋਈ ਚੜ੍ਹ ਕੇ ਆਵੇ, ਵਰ ਦੇ ਦਿੱਤਾ, ਕੋਈ ਚੜ੍ਹ ਕੇ ਆਵੇਗਾ ਤਾਂ ਪਹੁੰਚਣਾ ਨਹੀਂ ਪਾਵੇਗਾ, ਮਹਾਰਾਜ ਹੀ ਮਾਰਿਆ ਜਾਵੇਗਾ। ਇਉਂ 7ਵੇਂ ਪਾਤਸ਼ਾਹ 2200 ਘੋੜ ਸਵਾਰ ਤਾਂ ਰੱਖਦੇ। ਬਹੁਤ ਸਾਰੇ ਸਥਾਨ ਮਹਾਰਾਜ ਜੀ ਦੇ ਹਨ। ਕਚਾਲਾਂ ਦਾ ਬਾਗ ਹੈ ਸਤਲੁਜ ਤੋਂ ਪਾਰ, ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਦੇ ਨੇੜੇ, ਉੱਥੇ ਸਤਿਗੁਰਾਂ ਦੇ ਸਤ ਸੰਗ ਜੀ ਘੋੜੇ ਰਹਿੰਦੇ, ਸੂਰਮੇ ਰਹਿੰਦੇ। ਇਸ ਤਰ੍ਹਾਂ ਜਿੱਥੇ ਦਾਣਾ ਆਦਿਕ ਵੰਡਿਆ ਜਾਂਦਾ, ਉਹ ਰਾਹ ਜਾਈਏ ਬੁੰਗਾ ਸਾਹਿਬ ਗੁਰਦੁਆਰਾ ਨਰਵੋਗੜ੍ਹ ਦੇ ਨੇੜੇ ਹੈ। ਇਉਂ ਸਥਾਨ ਜਿੱਥੇ ਮਹਾਰਾਜ ਫੌਜ ਟਿਕਾਉਂਦੇ ਰਹਿੰਦੇ, ਲੇਕਿਨ ਆਪ ਜੀ ਸ਼ਾਂਤਮਈ ਰਹੇ। ਤਾਂ ਸੱਚੇ ਪਾਤਸ਼ਾਹ ਕਹਿ ਰਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿ ਭਾਈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਸੰਗਤਾਂ ਨੂੰ ਭਉ ਭਗਤੀ ਦਾ ਉਪਦੇਸ਼ ਦਿੱਤਾ ਗਿਆ। ਜੋਤਾ ਮਾਰਨ ਮੁਕੀਆਂ ਤੇ ਨਾ ਮਾਰੇ ਘੁੰਮ, ਆਪ ਨੜੇ ਕਰ ਜਾਈਏ ਪੈਰ ਤਨਾਂ ਦੇ ਚੁੰਮ। ਨਿਮਰਤਾ ਧਾਰਨੀ ਭਾਈ, ਜੋ ਦੀਸੇ ਗੁਰ ਸਿਖੜਾ ਤਿਸ ਨਿਭ ਨਿਭ ਲਾਗੋ ਪਾਏ ਜੀਓ। ਨਿਮਰਤਾ ਭਾਵ ਰੱਖਣਾ, ਜਿਹੜਾ ਬੁਰਾਈ ਕਰੇਗਾ ਉਹ ਆਪ ਹੀ ਮਾਰਿਆ ਜਾਵੇਗਾ। ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਜਿਹੜਾ ਪਾਪੀ ਹੈ ਉਹਦੇ ਮਾਰਨ ਨੂੰ ਉਹਦਾ ਪਾਪ ਹੀ ਉਸ ਨੂੰ ਮਾਰ ਜਾਂਦਾ ਹੈ। ਮਹਾਰਾਜ ਨੇ ਖਿਮਾ ਸਿਖਾਈ ਹੈ। ਆਪ ਜੀ ਕਹਿ ਰਹੇ ਨੇ ਤਦੇ ਸੰਗਤਾਂ ਲੁੱਟੀਆਂ ਜਾਂਦੀਆਂ ਨੇ। ਅਸੀਂ 9 ਸਰੂਪਾਂ ਵਿੱਚ ਸੰਗਤ ਨੂੰ ਵੀਰ ਰਸ ਦੁਆਰਾ ਲੜਨਾ ਨਹੀਂ ਬਹੁਤਾ ਪ੍ਰੇਰਿਆ। ਰਣ ਉਪਦੇਸਿਓ ਸੰਗਤ ਨਾਹੀ, ਸੰਗਤ ਨੂੰ ਜੰਗ ਕਰਨ ਦਾ ਉਪਦੇਸ਼ ਨਹੀਂ ਬਹੁਤਾ ਦਿੱਤਾ। ਸੇਵਾ ਕਰਨੀ ਪਾਉ ਵਿਸਾਲਾ, ਕੀ ਉਪਦੇਸ਼ ਦਿੱਤਾ ਸਾਰਿਆਂ ਗੁਰੂਆਂ ਨੇ? ਸੰਗਤ ਦੀ ਭਾਈ ਸੇਵਾ ਕਰਨੀ ਬਿਨਾਂ ਵਿਤਕਰੇ ਤੋਂ।
ਔਰ ਬਹੁਤ ਹੀ ਪ੍ਰੇਮ ਰੱਖਣਾ ਮਨ ਵਿੱਚ। ਜਪੋ ਨਾਮ ਪਕੜਾਈ ਮਾਲਾ, ਨਾਮ ਜਪਣਾ ਸਦਾ ਵਾਸਤੇ, ਹੱਥ ਵਿੱਚ ਮਾਲਾ ਪਕੜਾਈ ਹੈ। ਅਬ ਮੈਂ ਚੰਡੀ ਪਾਠ ਪਠਾਵਾਂ। ਕਲਗੀਧਰ ਪਾਤਸ਼ਾਹ ਕਹਿੰਦੇ, ਹੇ ਖਾਲਸਾ ਜੀ, ਹੁਣ ਅਸੀਂ ਚੰਡੀ ਦੀ ਵਾਰ ਦਾ ਪਾਠ ਕਰਾਵਾਂਗੇ ਖਾਲਸੇ ਤੋਂ। ਸਿੰਘ ਨਾਮ ਧਰ ਸ਼ਾਸਤਰ ਕਹਾਵੋ। ਅੰਮ੍ਰਿਤ ਤਿਆਰ ਕਰ ਚੁੱਕੇ ਹਾਂ, ਸਾਰਿਆਂ ਦਾ ਨਾਂ ਤੁਹਾਡਾ ਸਿੰਘ ਰੱਖ ਦਿੱਤਾ ਹੈ, ਤੁਹਾਨੂੰ ਸ਼ਾਸਤਰ ਪਕੜਾਏ ਹਨ। ਲਗ ਚਿੜੀਆਂ ਤੇ ਬਾਜ ਤਰਾਵੋ। ਨਿੱਕ ਨਿੱਕੀਆਂ ਚਿੜੀਆਂ ਤੋਂ ਬਾਜਾਂ ਦਾ ਸ਼ਿਕਾਰ ਕਰਾ ਦੇਾਂਗੇ, ਬਾਜਾਂ ਦੇ ਮਾਸ ਤੁੜਾ ਦੇਾਂਗੇ। ਮਰਦ ਮਲਾਏ ਗਰਦ ਤੇ ਖਰਾਵੋ। ਬੜੇ ਬੜੇ ਮਰਦ ਸੂਰਮੇ ਜਿਹੜੇ ਤੁਰਕਾਂ ਦੇ, ਉਹਨਾਂ ਨੂੰ ਗਰਦ ਵਿੱਚ ਮੇੜ ਕੇ ਦਿਖਾ ਦੇਾਂਗੇ ਖਾਲਸੇ ਦੇ ਹੱਥੋਂ। ਖੰਡੇ ਕੀ ਪਹਲ ਜੋਲੇ, ਜਿਹੜਾ ਸਾਡੇ ਖੰਡੇ ਦੀ ਪਹਲ ਅੰਮ੍ਰਿਤ ਛਕੇਗਾ। ਸਿੰਘ ਨਾਮ ਤਰਵਾਵੈ ਜੇ, ਜਿਹੜਾ ਸਿੰਘ ਨਾਮ ਰਖਾਵੇਗਾ। ਸੋ ਸ਼ਾਸਤਰ ਤੇ ਸ਼ੂਸ਼ ਨਾ ਰਹੈ। ਉਹ ਸਾਡਾ ਹੁਕਮ ਹੈ, ਕਦੇ ਸ਼ਾਸਤਰ ਤੋਂ ਖਾਲੀ ਨਾ ਰਹੇ। ਅੰਮ੍ਰਿਤਧਾਰੀ ਸਿੰਘ ਬਹੁ ਅਭਿਆਸ ਨਿਤਾ ਪ੍ਰਤਗ ਹੈ। ਸ਼ਾਸਤਰ ਦਾ ਅਭਿਆਸ ਵੀ ਨਿਤਾਪਤੀ ਕਰੇ। ਇਹ ਨਹੀਂ ਅੱਜ ਕੱਲ੍ਹ ਕਿਰਪਾਨਾਂ ਦੁਕਾਨਾਂ ਤੇ ਜਾਓ ਵਿਕਦੀਆਂ ਨੇ, ਉਹ ਸੱਥ ਦੀ ਰੱਸੇ ਦਾ ਨੱਕ ਬੰਨੀ ਵੱਢਦੀਆਂ ਖੁੰਡੀਆਂ ਜੀਆਂ ਲਈ ਫਿਰਦੇ ਐ। ਜਿਹੜਾ ਸ਼ਾਸਤਰ ਰੱਖਣਾ ਪਰਖ ਕੇ ਰੱਖਣਾ ਚਾਹੀਏ। ਧੋਖੇ ਵਾਲਾ ਕਿਉਂ ਰੱਖੋ ਨਾ, ਫਿਰ ਰੱਖੋ ਨਾ। ਜੇ ਰੱਖੋ ਤਾਂ ਸਤ ਸੰਗਤ ਜੀ ਸ਼ਾਸਤਰ ਦੇ ਉੱਤੇ ਭਰੋਸਾ ਹੋਵੇ। ਬਹੁਤ ਸਾਰੇ ਪ੍ਰਸੰਗ ਆਉਂਦੇ ਨੇ। ਅਨੰਦਪੁਰ ਸਾਹਿਬ ਇੱਕ ਸਿੰਘ ਸੀ, ਬੜੀ ਸੁੰਦਰ ਢਾਲ ਲਿਆਇਆ, ਗੈਂਡੇ ਦੇ ਸੱਸਣੀ ਚਮੜੇ ਦੀ ਬਣੀ ਹੋਈ ਸੀ। ਮਹਾਰਾਜ ਨੂੰ ਕਹਿੰਦਾ, ਸੱਚੇ ਪਾਤਸ਼ਾਹ ਇਹਦੇ ਵਿੱਚ ਦੀ ਗੋਲੀ ਨਹੀਂ ਲੰਘ ਸਕਦੀ। ਸਤਿਗੁਰੂ ਜੀ ਕਹਿੰਦੇ, ਰੱਖ ਅੱਗੇ ਤੈਨੂੰ ਲੰਘਾ ਕੇ ਦਿਖਾਈਏ। ਜਿਸ ਵੇਲੇ ਸਤ ਸੰਗਤ ਜੀ ਰੱਖੀ, ਮਹਾਰਾਜ ਜੀ ਨੇ ਗੋਲੀ ਉੱਤੋਂ ਦੀ ਲੰਘਾ ਦਿੱਤੀ। ਕਹਿੰਦਾ, ਮਹਾਰਾਜ ਬਖਸ਼ ਲਓ, ਢਾਲਾ ਚੱਕ ਲਿਆ ਆ। ਕਹਿੰਦਾ, ਸੱਚੇ ਪਾਤਸ਼ਾਹ ਤੁਸੀਂ ਤਾਂ ਤਰਲੋਕੀ ਨੂੰ ਪਾੜ ਕੇ ਰੱਖਦੇ ਹੋ, ਮੈਂ ਭੁੱਲ ਗਿਆ, ਮੈਂ ਤੁਹਾਡੇ ਮੂਹਰੇ ਹੱਠ ਨਹੀਂ ਸੀ ਕਰਨਾ। ਮਹਾਰਾਜ ਕਹਿੰਦੇ, ਸਿੰਘਾ ਤੇਰੇ ਤੇ ਅਸੀਂ ਬਹੁਤ ਖੁਸ਼ ਹਾਂ, ਆਪਣੇ ਸ਼ਾਸਤਰ ਤੇ ਇਸੇ ਤਰ੍ਹਾਂ ਹੀ ਭਰੋਸਾ ਚਾਹੀਦਾ ਹੈ। ਇਉਂ ਸਤ ਸੰਗਤ ਜੀ ਸ਼ਾਸਤਰ ਵਿਦਿਆ ਦਾ ਆਪ ਜੀ ਉਪਦੇਸ਼ ਦਿੰਦੇ, ਸ਼ਾਸਤਰ ਸਿੱਖਣ ਦਾ। ਤਾਂ ਕਹਿ ਰਹੇ ਨੇ ਕਿ ਧਰਮੀ ਸਿੰਘਾਂ ਤੋਂ ਅਸੀਂ ਜੰਗ ਕਰਾਵਾਂਗੇ। ਕੇਸਨ ਕੋ ਬਹੁ ਅਦਬ ਰਖੀਜੈ। ਖਾਲਸਾ ਜੀ ਕੇਸਾਂ ਦਾ ਬਹੁਤ ਅਦਬ ਰੱਖਣਾ ਹੈ। ਬੁਰਸ਼ ਜੇ ਨਹੀਂ ਫੇਰਨੇ, ਘੋੜਿਆਂ ਦੇ ਵਾਲਾਂ ਦੇ ਕੰਘਾ ਰੱਖਣਾ ਹੈ। ਸਾਬਤ ਸੂਰਤ ਸਿੱਧਾ ਦਾੜਾ, ਕਾਠ ਕਾ ਕੰਘਾ ਕੇਸੀ ਚਾੜਾ। ਕਾਠ ਦਾ ਲੱਕੜੀ ਦਾ ਕੰਘਾ ਹਮੇਸ਼ਾ ਵਾਸਤੇ ਸੀਸ ਵਿੱਚ ਰੱਖਣਾ ਹੈ। ਮੇਰੀ ਸਿਰ ਪਰ ਛਾਪ ਲਖੀਜੈ। ਇਹ ਸਾਡੀ ਭਾਈ ਮੋਹਰ ਛਾਪ ਹੈ ਤੁਹਾਡੇ ਸਿਰ ਦੇ ਉੱਤੇ। ਇਹ ਕੇਸ ਸਾਡੇ ਸਮਝਣੇ, ਇਹਨਾਂ ਦਾ ਬਹੁਤ ਅਦਬ ਰੱਖਣਾ। ਇਸ ਕਰਕੇ ਸਾਧ ਸੰਗਤ ਜੀ ਬਹੁਤ ਸਾਰੀਆਂ ਆਪਣੇ ਘਰਾਂ 'ਚ ਮਰਜ਼ਾਦਾ ਐਸੀਆਂ ਅਸੀਂ ਉੱਚੇ ਆਚਾਰਾਂ ਵਾਲੀਆਂ, ਜਿਹੜੀਆਂ ਅਸੀਂ ਅਨਪੜ੍ਹਾਂ ਨੇ ਰੱਖੀਆਂ ਹੋਈਆਂ ਸੀ, ਪੜ੍ਹ ਲਿਖ ਕੇ ਗੁਆ ਬੈਠੇ। ਪੜ੍ਹਾਈ ਕਾਹਦੀ ਹੈ ਜੇ ਸਾਡੀ ਅਕਲ ਹੀ ਚਲੀ ਜਾਵੇ। ਅੱਗੇ ਮਾਈਆਂ ਕੰਘੀਆਂ ਨਾਲ ਕਿਸ ਕੇਸ ਬਹੁੰਦੀਆਂ ਹੁੰਦੀਆਂ, ਆਦਮੀ ਭਾਈ ਕੰਘਿਆਂ ਨਾਲ। ਕਦੇ ਵੀ ਮਾਈਆਂ ਦੀ ਕੰਘੀ ਚੱਕ ਕੇ ਕੋਈ ਬਜ਼ੁਰਗ ਦਾੜੀ ਤੇ ਕੇਸਾਂ 'ਚ ਫੇਰਦਾ ਨਹੀਂ ਸੀ ਦੇਖਿਆ। ਅੱਜ ਇੱਕ ਹੋਰ ਹੀ ਪਲਾਸਟਿਕ ਦਾ ਕੰਘਾ ਜਿਹਾ ਰੱਖਦੇ, ਉਹੀ ਬੁੜੀਆਂ ਫੇਰੀ ਜਾਂਦੀਆਂ, ਉਹੀ ਆਦਮੀ ਫੇਰੀ ਜਾਂਦੇ ਆ। ਕੋਈ ਵਿਚਾਰ ਨਹੀਂ, ਕੋਈ ਇਸ ਤਰ੍ਹਾਂ ਦੀ ਨਹੀਂ। ਇਹ ਸਤ ਸੰਗਤ ਜੀ ਇਸ ਜਿਹੜੀ ਪਹਿਲੀ ਮਰਜ਼ਾਦਾ, ਭਾਵੇਂ ਉਹ ਬਜ਼ੁਰਗ ਆਪਣੇ ਅਨਪੜ੍ਹ ਸੀ, ਭੋਲੇ ਸੀ, ਪਰ ਸਤ ਸੰਗਤ ਜੀ ਮਰਦ ਮਰਦ ਹੀ ਹੁੰਦਾ ਹੈ। ਸੋ ਬਹੁਤ ਸਾਰੇ ਪ੍ਰਸੰਗ ਆਉਂਦੇ ਹੈ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਸਨ, ਆਨੰਦਗੜ੍ਹ ਕਿਲੇ ਦੇ ਮੂਹਰੇ ਇੱਕ ਬਰੋਟਾ ਸੀ, ਉਹ ਸੁੱਕ ਚੱਲਿਆ। ਬੜ ਬੜੀਆਂ ਬਿਲਡਿੰਗਾਂ ਅੱਜ ਵਾਂਗੂ ਨਹੀਂ ਸਨ। ਜਦੋਂ ਗਰਮੀ ਦੀ ਰੁੱਤ ਆਉਂਦੀ, ਉਹ ਬਰੋਟਾ ਬੜਾ ਸੁੱਖ ਦਿੰਦਾ ਬੋਹੜ। ਬਹੁਤ ਸਾਰੇ ਘੋੜੇ ਖੜ੍ਹਦੇ ਥੱਲੇ, ਸਿੰਘ ਸੂਰਮੇ ਆਸਣ ਲਾ ਕੇ ਸੱਥਵੀਂ ਹਵਾ ਹਾਰੇ ਬੈਠਦੇ। ਜੋ ਸੁੱਕ ਚੱਲਿਆ, ਵੇਲੇ ਕੁ ਵੇਲੇ ਮਹਾਰਾਜ ਦੀਵਾਨ ਵੀ ਉਹਦੇ ਥੱਲੇ ਲਾਉਂਦੇ। ਸਿੰਘਾਂ ਨੇ ਕਿਹਾ, ਸੱਚੇ ਪਾਤਸ਼ਾਹ ਆਹ ਬੋਹੜ ਸੁੱਕਦਾ ਜਾਂਦਾ, ਕਿਰਪਾ ਕਰੋ ਇਸ ਨੂੰ ਸੁਰਜੀਤ ਕਰ ਦਿਓ। ਸਤਿਗੁਰੂ ਜੀ ਕਹਿੰਦੇ, ਭਾਈ ਹਰਾ ਤਾਂ ਹੋ ਸਕਦਾ ਹੈ। ਦੀਵਾਨ ਵਿੱਚ ਕਹਿੰਦੇ ਕੋਈ ਐਸੀ ਲੜਕੀ ਹੈ ਜਿਹਨੇ ਮਰਦ ਦਾ ਮੂੰਹ ਨਾ ਫਟਕਾਰਿਆ ਹੋਵੇ, ਉਹ ਇਸ ਬੋਹੜ ਨੂੰ ਵਾਹਿਗੁਰੂ ਕਹਿ ਕੇ ਪਾਣੀ ਜੜ 'ਚ ਪਾ ਦੇਵੇ ਨਾ, ਇਹ ਨਾ ਸੁੱਕਿਆ। ਉਸ ਵੇਲੇ ਸਤਿ ਆਗਰੇ ਦੀ ਲੜਕੀ ਸੀ, ਉਹ ਉੱਠੀ, ਹੈ ਮਹਾਰਾਜ ਮੈਂ ਬਾਲਕ ਅਵਸਥਾ ਤੋਂ ਤੁਹਾਡੇ ਸਿੱਖ ਦੀ ਲੜਕੀ ਹਾਂ, ਮੈਂ ਕਦੇ ਮਰਦ ਦਾ ਮੂੰਹ ਨਹੀਂ ਫਟਕਾਰਿਆ, ਮੈਂ ਵਿਆਹੀ ਵੀ ਗਈ, ਮੇਰੇ ਅੱਗੇ ਬੱਚੇ ਵੀ ਹਨ। ਨਹੀਂ ਤਾਂ ਮਾਈਆਂ ਦਾ ਸੁਭਾਅ ਹੁੰਦਾ ਫਿੱਟੇ ਮੂੰਹ ਕਹਿ ਦਿੰਦੀਆਂ ਨੇ। ਗਾਲ ਬੜੀ ਭੈੜੀ ਹੈ ਇਹ, ਕਿਸੇ ਦੇ ਕੋੜ ਹੋ ਜਾਣਾ, ਮੂੰਹ ਫਿੱਟ ਜਾਣਾ, ਪੱਕ ਜਾਣਾ। ਇਦੋਂ ਵੱਡੀ ਸਤ ਸੰਗੀ ਭੈੜੀ ਗਾਲ ਹੋਰ ਕੌਣ ਹੋਵੇਗੀ। ਸਤਿਗੁਰੂ ਜੀ ਨੇ ਕਾਰਨ ਪੁੱਛਿਆ, ਕਹਿਣ ਲੱਗੇ ਜੀ ਅਸੀਂ 7 ਭੈਣਾਂ ਹਾਂ, ਸਾਡੇ ਭਰਾ ਕੋਈ ਨਹੀਂ ਸੀ।
ਮੈਂ ਆਗਰੇ ਦੇ ਰਹਿਣ ਵਾਲੀ, ਮੇਰੇ ਪੇਕੇ ਉੱਥੇ ਹਨ। ਜਿਸ ਵੇਲੇ ਅਸੀਂ ਉਡੀਕਦੀਆਂ ਸੀ ਮਾਈ ਥਾਨ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਹੈ, ਰੋਜ਼ ਮੱਥਾ ਟੇਕਣ ਜਾਂਦੀਆਂ, ਸਾਡਾ ਪਿਤਾ ਅਚਨਚੇਤ ਚੜ੍ਹਾਈ ਕਰ ਗਿਆ। ਉਧਰ ਤੁਰਕਾਂ ਨੇ ਕੀ ਕੀਤਾ, ਸਾਡੇ ਜਿੰਨੇ ਖਜ਼ਾਨੇ ਸੀ, ਜਾਇਦਾਦ ਸਾਰੀ ਸੀਰਮੋਰ ਕਰ ਦਿੱਤੀ। ਕਹਿਣ ਲੱਗੇ ਗੌਰਮੈਂਟ ਦੀ ਆ, ਹੁਣ ਲੜਕੀਆਂ ਨੂੰ ਦਾਜ ਦਹੇਜ ਦਿੱਤਾ ਦੇ ਕੇ ਵਿਆਹਿਆ ਜਾਵੇਗਾ। ਸਾਡੀ ਮਾਤਾ ਦੇ ਉਧਰ 'ਚ ਇੱਕ ਬੱਚਾ ਸੀ। ਅਸੀਂ ਰੋਜ਼ ਬੇਨਤੀਆਂ ਕਰਨੀਆਂ, ਇਹ ਮਹਾਰਾਜ ਸਾਨੂੰ ਵੀਰ ਬਖਸ਼ ਦੇ, ਸਾਨੂੰ ਭਰਾ ਬਖਸ਼ ਦੇ। ਜਦੋਂ ਸਾਡਾ ਭਰਾ ਪ੍ਰਗਟ ਹੋਇਆ ਸਾਡੀ ਮਾਤਾ ਦੀ ਕੁੱਖ ਤੋਂ, ਸਾਰੇ ਸੀਰਮੋਰ ਖਜ਼ਾਨੇ ਸਭ ਖੋਲ ਕੇ ਰੱਖ ਦਿੱਤੇ ਗੌਰਮੈਂਟ ਨੇ। ਅਸੀਂ ਭੈਣਾਂ ਨੇ ਉਸ ਦਿਨ ਤੋਂ ਧਰਤੀ ਭੂਮੀ ਦੇ ਉੱਤੇ ਮੱਥਾ ਟੇਕਿਆ। ਧੰਨ ਮਰਦ ਦੀ ਦਾੜੀ, ਧੰਨ ਮਰਦ ਦਾ ਮੁੱਖ, ਜਿਹਨੇ ਸਾਡੀ ਬੰਦ ਖਲਾਸੀ ਕਰਾ ਦਿੱਤੀ ਹੈ। ਉਸ ਦਿਨ ਤੋਂ ਇਹ ਮਹਾਰਾਜ, ਮੈਂ ਸਹੁਰੇ ਘਰ ਵੀ ਵਸਦੀ ਹਾਂ, ਮੇਰੇ ਵੀ ਬੱਚੇ ਅੱਗੇ ਹਨ, ਮੈਂ ਕਦੇ ਮਰਦ ਨੂੰ ਦਾ ਮੂੰਹ ਨਹੀਂ ਫਟਕਾਰਿਆ ਹੈ। ਸਤਿਗੁਰੂ ਜੀ ਕਹਿੰਦੇ ਬੀਬੀ ਦੇ ਫਿਰ ਛਿੱਟਾ ਇਸ ਬੋਰਡ ਨੂੰ। ਸੁਰਜੀਤ ਕਰ ਦਿੱਤਾ। 1928 ਵਿੱਚ ਦੱਸਦੇ ਹੈ ਉਹ ਦੁਬਾਰੇ ਸਤ ਸੰਗੀ ਆਪਣੀ ਆਜੂ ਪੂਰੀ ਕਰਕੇ ਬੋਰਡ ਚੁੱਕਿਆ ਸੀ। ਇਉਂ ਸਤ ਸੰਗਤ ਜੀ ਅੱਗੇ ਬੀਬੀਆਂ ਪੁਰਸ਼ਾਂ ਦਾ ਸਤਿਕਾਰ ਕਰਦੀਆਂ, ਪੁਰਸ਼ ਭਾਈ ਮਾਤਾ ਭੈਣ ਧੀ ਸਮਝ ਕੇ ਉਹਨਾਂ ਦਾ ਸਤਿਕਾਰ ਕਰਿਆ ਕਰਦੇ। ਅੱਜ ਕੱਲ੍ਹ ਵਾਦ ਵਿਵਾਦ ਬਹੁਤ ਹੈ, ਬਰਾਬਰ ਹਾਂ ਅਸੀਂ, ਉਹ ਕਹਿੰਦੀਆਂ ਇਹ ਕਹਿੰਦੇ ਹਾਂ ਬਰਾਬਰ ਹੋ। ਆਪਸ ਵਿੱਚ ਹੀ ਦੇਖ ਲਓ ਕਿੰਨਾ ਕਿਹਤਾ, ਝਗੜੇ ਚੜ੍ਹਦੇ, ਬੁਰਾ ਹਾਲ ਹੈ। ਸੋ ਗੁਰੂ ਘਰ ਦੀ ਜਿਨ੍ਹਾਂ ਨੂੰ ਭਾਈ ਗੁਰਮਤਿ ਆਈ ਹੈ, ਉਹ ਵੱਡੇ ਛੋਟੇ ਦੇ ਹੰਕਾਰ ਵਿੱਚ ਨਹੀਂ ਫਸਦੇ, ਉਹ ਖਿਆਲ ਹੀ ਨਹੀਂ ਕਰਦੇ ਵੱਡੇ ਹਾਂ ਛੋਟੇ ਹਾਂ। ਉਹ ਸਤ ਸੰਗਤ ਜੀ ਆਪਣੇ ਅਚਾਰਾਂ 'ਚ ਉੱਚੇ ਰਹਿੰਦੇ ਹਨ। ਸੋ ਆਪ ਜੀ ਸਤ ਸੰਗਤ ਜੀ ਇੱਥੇ ਕਹਿ ਰਹੇ ਹਨ, ਸੁਣੋ। ਮੇਰੀ ਸਿਰ ਪਰ ਛਾਪ ਲਖੀ ਜੈ। ਮਹਾਰਾਜ ਕਹਿੰਦੇ ਭਾਈ ਜਿਹੜੀ ਕੇਸ ਨੇ ਇਹ ਸਾਡੀ ਮੋਹਰ ਛਾਪ ਹੈ, ਇਹ ਅਦਬ ਰੱਖਣਾ ਤੁਸੀਂ। ਪੁਨ ਡੱਲੇ ਸਨ ਹੁਕਮ ਬਖਾਨਾ। ਫੇਰ ਡੱਲੇ ਨੂੰ ਹੁਕਮ ਕੀਤਾ, ਗਹਿ ਗਹਿ ਲਾਠੀ ਬਹੁ ਨਰ ਪਾਨਾ। ਚੰਗਾ ਵੀ ਡੱਲਿਆ, ਇੱਕ ਤੈਨੂੰ ਬਚਨ ਦੱਸਦੇ ਆ। ਸੰਗਤ ਆ ਰਹੀ ਆ ਸਾਨੂੰ ਮਿਲਣ ਵਾਸਤੇ, ਦਰਸ਼ਨਾਂ ਨੂੰ। ਆਪਣੇ ਸੂਰਮਿਆਂ ਨੂੰ ਲੈ ਲਾ ਨਾਲ, ਲਾਠੀਆਂ ਹੱਥ 'ਚ ਫੜ ਲਾ। ਸੰਗਤ ਨੂੰ ਤੂੰ ਜਾ ਕੇ ਲੁੱਟ ਅੱਜ। ਇੱਧਰ ਤਾਂ ਡੱਲੇ ਨੂੰ ਸਤ ਸੰਗਤ ਜੀ ਭੇਜ ਦਿੱਤਾ। ਹੇਤ ਸ਼ੀਨ ਬੈ ਸੰਗਤ ਜਾਵੋ। ਪਤਾ ਹੈ ਜਿੰਨਾ ਲੁੱਟੂਗਾ ਆਪਣੇ ਕੋਲ ਹੀ ਆਉਣਾ ਹੈ। ਉਧਰ ਸੰਗਤ ਨੂੰ ਸੁਨੇਹਾ ਭੇਜ ਦਿੱਤਾ, ਲੇਹੋ ਬਾਤ ਸੋ ਨਹੀਂ ਗਵਾਵੋ। ਜਿਹੜੀਆਂ ਵਸਤੂਆਂ ਲੁੱਟੇਗਾ ਡੱਲਿਆ ਉਹ ਗਵਾ ਨਾ ਦੇਈ ਸੰਗਤ ਦੀਆਂ, ਉਹ ਲੈ ਕੇ ਆਈ ਸਾਡੇ ਕੋਲੇ। ਅਬ ਸੰਗਰਾਮ ਕਰਨ ਸਿਖਰਾਵੈ। ਚਲੋ ਤੁਹਾਨੂੰ ਜੰਗ ਕਰਨਾ ਸਿਖਾਈਏ। ਇੰਤੇ ਹੀ ਤੁਰਕਨ ਮਰਵਾਵੈ। ਤੁਹਾਡੇ ਪਾਸੋਂ ਹੀ ਤੁਰਕਾਂ ਨੂੰ ਮਰਵਾਵਾਂਗੇ। ਉਤ ਕਹਿ ਪਠਿਓ ਸੰਗਤਾਂ ਮਾਹੀ। ਉਧਰ ਸੁਨੇਹਾ ਭੇਜਤਾ, ਕਈ ਮਜਲਾਂ ਰਹਿੰਦੀਆਂ ਸੀ 12-13 ਕੋ। ਸੰਗਤ ਆ ਰਹੀ ਸੀ, ਸੰਗਤ ਨੂੰ ਕਿਹਾ ਜਾ ਕੇ ਇਹ ਬੈਰਾੜ ਹੁਕਮ ਮੈਂ ਨਾਹੀ। ਕਿ ਅਸੀਂ ਇੱਥੇ ਜੰਗਲ 'ਚ ਆਏ ਤਾਂ ਹੋਏ ਆ। ਸੰਗਤ ਨੂੰ ਸੁਨੇਹਾ ਭੇਜਤਾ, ਪ੍ਰਾਹੁਣਚਾਰੀ ਵਾਂਗੂ ਆਏ ਹੋਏ, ਬਰਾੜ ਸਾਡੇ ਆਖੇ ਨਹੀਂ ਲੱਗਦੇ। ਇਹ ਬਰਾੜ ਬੜੇ ਅੜਬ ਨੇ, ਇਹਨਾਂ ਤੋਂ ਬਚ ਕੇ ਰਹੋ, ਲੁਟੇਰੇ ਨੇ, ਲੁੱਟ ਲੈਂਦੇ ਨੇ। ਐ ਸੰਗਤ ਨੂੰ ਸੁਨੇਹਾ ਭੇਜਤਾ, ਪਹੁੰਚਾਰੀ ਤੇਰੇ ਸਥਾਨਾ। ਅਸੀਂ ਤਾਂ ਪ੍ਰਾਹੁਣਚਾਰੀ ਵਾਂਗੂ ਬਰਾੜਾਂ ਦੇ ਘਰ ਬੈਠੇ ਹਾਂ। ਆਵੋ ਅਗਰ ਬਨੋ ਸਾਵਧਾਨਾ। ਜਦੋਂ ਸਾਡੇ ਕੋਲ ਨੂੰ ਆਓਗੇ ਕਿਸੇ ਦਾ ਭਰੋਸਾ ਨਾ ਕਰਿਓ, ਸਾਵਧਾਨ ਹੋ ਕੇ ਆਇਓ। ਸੰਗਤ ਨੂੰ ਕਹਿ ਦਿੱਤਾ, ਵਸਤੂ ਨਹੀਂ ਖੁਸਾਵਨ ਕਰੀਏ। ਆਪਣੀਆਂ ਵਸਤੂਆਂ ਸਾਂਭ ਕੇ ਰੱਖਿਓ, ਇਹਨਾਂ ਨੂੰ ਗਵਾ ਨਾ ਲਿਓ। ਪੁਰਸ਼ਾਰਥ ਆਪਣੇ ਮਹਤਰੀਏ। ਡਰਿਓ ਨਾ, ਉਦਮ ਧਾਰਿਓ। ਇਤ ਤੇ ਡੱਲਾ ਲੈ ਨਰਕ ਨੇ। ਇਧਰੋਂ ਮਾਰੇ ਡੱਲੇ ਨੂੰ ਭੇਜ ਦਿੱਤਾ ਕਿ ਲੁੱਟ ਲੋ ਸੰਗਤ ਨੂੰ ਜਾ ਕੇ। ਦੋਨਾਂ ਧਿਰਾਂ ਦਾ ਭੇੜ ਕਰਾਉਣਾ ਚਾਹਿਆ। ਉਤ ਸੁਚੇਤ ਕਸ ਕੱਟ ਸਿੱਖ ਬਨੇ। ਉਧਰ ਵੀ ਸੰਗਤ ਦੇ ਜਿਹੜੇ ਗੁਰੂ ਕੇ ਸਿੱਖ ਸੀ ਕਮਰ ਕਸੇ ਕਰਕੇ ਸਾਵਧਾਨ ਹੋ ਗਏ। ਭਇਓ ਫੇਰ ਦੁਹਨ ਦਿਸ਼ ਕੇਰਾ। ਜਦੋਂ ਸਤ ਸੰਗਤ ਜੀ ਦਮਦਮੇ ਸਾਹਿਬ ਤੋਂ ਮੀਲ ਕਰ ਰਹਿ ਗਿਆ ਫਰਕ ਸੰਗਤ ਦਾ, ਉੱਥੇ ਡੱਲਾ ਬਿਠਾ ਦੇ ਬੈਠਾ ਸੀ। ਮਹਾਰਾਜ ਦਾ ਹੁਕਮ ਮੰਨ ਕੇ ਆਪਣੇ ਸੂਰਮਿਆਂ ਦੇ ਸਿਵਰ ਸੰਗਤ ਨੂੰ ਲੁੱਟਣ ਨੂੰ ਪੈ ਨਿਕਲਿਆ। ਭੇੜ ਹੋਇਆ ਦੋਨਾਂ ਧਿਰਾਂ ਤੋਂ ਸਿੰਘਾਂ ਦਾ। ਵਰਿਓ ਰੌਰ ਇੱਕ ਬਾਰ ਬਡੇਰਾ। ਬੜਾ ਰੌਲਾ ਪਿਆ ਉਸ ਵੇਲੇ। ਉੱਚੇ ਥਲ ਸਤਿਗੁਰ ਤਬ ਥਿਰੇ। ਦਮਦਮ ਸਾਹਿਬ ਖਾਲਸਾ ਜੀ ਦਰਸ਼ਨ ਕਰਦੇ ਆ, ਬਹੁਤ ਉੱਚਾ ਥਾਂ ਹੈ। ਕੁਝ ਸਿੰਘਾਂ ਪ੍ਰੇਮੀਆਂ ਨੂੰ ਨਾਲ ਲੈ ਕੇ ਮਹਾਰਾਜ ਉੱਚੇ ਥਾਂ ਚੜ ਗਏ। ਦੇਖ ਦੇਖ ਬਿਖ ਸਹਿਮੁਦ ਭਰੇ। ਸੰਗਤ ਨੂੰ ਤੇ ਡੱਲੇ ਦੇ ਸੂਰਮਿਆਂ ਨੂੰ ਆਪਸ ਵਿੱਚ ਹੀ ਲੜਦਿਆਂ ਨੂੰ ਦੇਖ ਕੇ ਹੱਸਦੇ ਨੇ। ਇਹ ਖੋਸ ਤੋਂ ਨਹੀਂ ਖੁਸਾਵੈ। ਇਹ ਡੱਲੇ ਦੇ ਸੂਰਮੇ ਸੰਗਤ ਤੋਂ ਪਦਾਰਥ ਖੋਹਦੇ ਨੇ,
ਉਹ ਖੋਣ ਨਹੀਂ ਦਿੰਦੇ। ਖੇਲ ਕਰਹਿ ਇਕ ਝੇਲਤ ਜਾਵੈ, ਕੋਈ ਹੱਲਾ ਕਰਦਾ, ਕੋਈ ਹੱਲੇ ਨੂੰ ਝੱਲਦਾ ਹੈ। ਸ਼ਾਸਤਰਨ ਮਾਰਹਿ ਦੋਨੋਂ ਦਿਸ਼ ਮਹਿ, ਦੋਨਾਂ ਤਰ੍ਹਾਂ ਤੋਂ ਡਾਂਗਾ ਚੱਲਦੀਆਂ। ਬਲ ਕੋ ਕਰਤ ਫਿਰਤੇ ਆਪਸ ਮਹਿ, ਬਲ ਧਾਰ ਕੇ ਆਪਸ ਵਿੱਚ ਭਿੜਦੇ ਹਨ। ਤੇਰੇ ਨਿਕਟ ਤੈਨ ਗੁਰੂ ਸੁਨਾਵੈ, ਜਿਹੜੇ ਸਤਿਗੁਰਾਂ ਦੇ ਪਾਸ ਖੜੇ ਨੇ ਕੁਝ ਸਿੰਘ, ਉਹਨਾਂ ਨੂੰ ਮਹਾਰਾਜ ਕਹਿੰਦੇ ਹਿਮ ਤੁਰਕਨ ਸੰਗ ਜੰਗ ਮਚਾਵੈ। ਦੇਖ ਲਓ ਭਾਈ, ਜਿਵੇਂ ਡੱਲਾ ਤੇ ਸੰਗਤਾਂ ਲੜਦੀਆਂ ਨੇ ਨਾ, ਐ ਤੁਰਕਾਂ ਦੇ ਨਾਲ ਜੰਗ ਕਰਾਵਾਂਗੇ ਖਾਲਸੇ ਦਾ। ਮਾਰਨ ਮਰਨ ਹਜ਼ਾਰਨ ਹੋਏ, ਹਜ਼ਾਰਾਂ ਦੀ ਗਿਣਤੀ 'ਚ ਤੁਰਕਾਂ ਨੂੰ ਮਾਰਾਂਗੇ, ਸੀਧੀਆਂ ਪਾਵਾਂ ਪਾਉਣਗੇ ਸਿੰਘ। ਰਾਜ ਲਹੈ ਸਿੰਘ ਬਨ ਸਭ ਕੋਏ, ਸਾਡੇ ਸਿੰਘ ਸੂਰਮੇ ਰਾਜ ਪ੍ਰਾਪਤ ਕਰਨਗੇ ਸਿੰਘ ਸਜ ਕੇ। ਫਿਰ ਤੇ ਸੀਬਤ ਸੰਗਤ ਆਈ, ਇਉਂ ਸਤ ਸੰਗਤ ਜੀ ਜੰਗ ਲੜਦੀ ਹੋਈ ਸੰਗਤ ਆ ਗਈ। ਗੁਰਪਦ ਕਮਲਨ ਸੀਸ ਝੁਕਾਈ, ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਡੱਲਾ ਟਾਲਾ ਕਰ ਗਿਆ ਇੱਕ ਪਾਸੇ ਨੂੰ। ਅਸਵਾਸਨ ਕਰ ਬੌਰ ਬਖਾਨਾ, ਸਤਿਗੁਰਾਂ ਨੇ ਸੰਗਤ ਨੂੰ ਧੀਰਜ ਦਿੱਤਾ ਕਿ ਚਿੰਤਾ ਨਾ ਕਰੋ। ਹਿਮ ਸ਼ਾਸਤਰਨ ਸਨ ਬਨ ਸਾਵਧਾਨਾ, ਇਹੋ ਅੱਗੇ ਵਾਸਤੇ ਭਾਈ ਜਿੱਥੇ ਉਹਨਾਂ ਸਾਨੂੰ ਸੁਣਾਈ ਕੰਨ ਚ ਦੇਵੇ ਕਿ ਸੂਬੇ ਨੇ ਸੰਗਤ ਲੁੱਟ ਲਈ, ਉੱਥੇ ਵੀ ਤੁਸੀਂ ਸਾਵਧਾਨ ਹੋ ਕੇ ਆਉਣਾ। ਸ਼ਾਸਤਰਨ ਗਹਿ ਸੰਗਾਰਨ ਕਰੀਏ, ਸ਼ਾਸਤਰ ਪਕੜ ਕੇ ਬੈਰੀਆਂ ਨੂੰ ਮਾਰੋ, ਆਪਣਾ ਆਪ ਅਬਾਰਨ ਧਰੀਏ। ਆਪਣਾ ਆਪ ਜ਼ਰੂਰ ਬਚਾਓ। ਪੁਨ ਸਤਿਗੁਰ ਕਰਵਾਏ ਕਰਾਹੂ, ਇਉਂ ਸਤ ਸੰਗਤ ਜੀ ਸੂਰਮਿਆਂ ਦੇ ਪਾਸ ਜਿਹੜੇ ਸ਼ਸਤਰ ਹੁੰਦੇ ਹੈ, ਨਾਲ ਹੀ ਜ਼ੁਲਮ ਕਰਨ ਵਾਲਿਆਂ ਵਾਸਤੇ ਵੀ ਹੁੰਦੇ ਆ ਸ਼ਸਤਰ, ਉਹਨਾਂ ਕੋਲੇ ਵੀ, ਡਾਕੂਆਂ ਚੋਰਾਂ ਕੋਲੇ ਵੀ, ਔਰ ਪਰਉਪਕਾਰੀਆਂ ਕੋਲੇ ਵੀ ਸ਼ਸਤਰ ਹੁੰਦੇ ਹੈ। ਪਰਉਪਕਾਰੀ ਜਿਹੜਾ ਬੰਦਾ ਹੈ ਉਹ ਪਰਾਏ ਅਰਥ ਸ਼ਸਤਰ ਰੱਖਦਾ ਹੈ। ਜਿਵੇਂ ਦੇਸ਼ ਦੀ ਫੌਜ ਦੇਸ਼ ਦੀ ਰੱਖਿਆ ਵਾਸਤੇ ਸ਼ਸਤਰ ਰੱਖਦੀ ਹੈ, ਨਾ ਕਿ ਦੇਸ਼ ਦੇ ਪਰਜਾ ਦੇ ਲੋਕਾਂ ਨੂੰ ਲੁੱਟਣ ਵਾਸਤੇ ਤਾਂ ਇਹਨਾਂ ਰੱਖਦੀ। ਇਸੇ ਤਰ੍ਹਾਂ ਫੌਜ ਨਾਲੋਂ ਗੁਰਸਿੱਖ ਸੂਰਮਿਆਂ ਦੀ ਪਦਵੀ ਅਧਿਕ ਹੈ। ਖਾਲਸਾ ਧਾਰਮਿਕ ਸਥਾਨਾਂ ਦੀ ਰੱਖਿਆ ਕਰਦਾ ਹੈ, ਧਰਮੀ ਪੁਰਸ਼ਾਂ ਦੀ ਵੀ ਰੱਖਿਆ ਕਰਦਾ ਹੈ। ਨਾਲ ਹੀ ਇੱਕ ਦੇਸ਼ ਵਿੱਚ ਮੇਰ ਨਹੀਂ ਰੱਖਦਾ ਖਾਲਸਾ ਕਿ ਸਰਬੱਤਰ ਦੇਸ ਹੈ ਕਿ ਸਰਬੱਤਰ ਭੇਸਾ ਹੈ। ਜਿਹੜੇ ਦੇਸ਼ ਵਿੱਚ ਵੀ ਰਹੇਗਾ ਉੱਥੇ ਵਫਾਦਾਰ ਹੋ ਕੇ ਰਹੇਗਾ। ਖਾਲਸੇ ਦਾ ਦਾਇਰਾ ਵੱਡਾ ਹੈ। ਉਹਦੇ ਅਸਤ ਪਰਜੰਤੰ ਆਪ ਜੀ ਨੇ ਸਰਵਲੋ ਵਿੱਚ ਲਿਖਿਆ, ਖਾਲਸੇ ਦਾ ਰਾਜ ਤਾਂ ਚੜ੍ਹਦੇ ਤੋਂ ਛਿਪਦੇ ਤੱਕ ਹੈ, ਨਿੱਕੇ ਨਿੱਕੇ ਟੁਕੜਿਆਂ ਵਿੱਚ ਨਹੀਂ ਹੈ। ਪਰ ਜਿਹੜਾ ਖਾਲਸੇ ਦਾ ਰਾਜ ਹੈ ਉਹ ਧਰਮ ਦਾ ਹੈ, ਪਾਪ ਦਾ ਨਹੀਂ। ਇਹ ਨਹੀਂ ਨਿੱਕੀ ਨਿੱਕੀਆਂ ਵੋਟਾਂ ਪਾ ਕੇ ਜਿੱਤਨੇ ਮਗਰੋਂ ਪਹਿਲਾਂ ਤਾਂ ਕਹਿੰਦਾ ਜੀ ਅਸੀਂ ਖਾਲਸੇ ਹੈ, ਸਿੱਖਾਂ ਸਿੱਖਾਂ ਨੂੰ ਵੋਟਾਂ ਪਾਓ। ਉਹ ਭੋਲੇ ਲੋਕ ਪਾਈ ਜਾਂਦੇ ਨੇ, ਮਗਰੋਂ ਕਹਿੰਦੇ ਹੁਣ ਜਿੱਤ ਕੇ ਲਿਆਓ ਸ਼ਰਾਬਾਂ ਪੀਏ। ਜਿਹੜੀ ਦੂਸਰੀ ਪਾਰਟੀ ਹੈ ਉਹ ਧਰਮ ਦਾ ਨਾਮ ਲੈ ਕੇ ਨਹੀਂ ਜਿੱਤਦੀ, ਇਹ ਧਰਮ ਦਾ ਨਾਮ ਲੈ ਕੇ ਜਿੱਤ ਕੇ ਫਿਰ ਪਾਪ ਕਮਾਉਣੇ। ਖਾਲਸਾ ਜੀ ਇਦੋਂ ਵੱਡਾ ਪਾਪ ਕਿਆ ਹੋਊਗਾ। ਸੋਰਾ ਵਿਚਾਰਾ ਆਪਾਂ ਰਾਜਨੀਤੀ ਤੋਂ ਕਿਆ ਲੈਣਾ ਹੈ। ਮਹਾਰਾਜ ਬਖਸ਼ੇ ਸੰਗਤ 'ਚ ਬੈਠੇ ਹਾਂ, ਕਲਗੀਧਰ ਪਾਤਸ਼ਾਹ ਨੇ ਧਰਮੀ ਯੋਧੇ ਬਣਾਇਆ ਹੈ। ਆਪ ਸੰਗਤਾਂ ਨੂੰ ਸਤ ਸੰਗੀ ਸਾਵਧਾਨ ਕਰ ਰਹੇ ਨੇ। ਪੁਨ ਸਤਿਗੁਰ ਕਰਵਾਏ ਕਰਾਹੂ, ਸਤਿਗੁਰੂ ਜੀ ਨੇ ਫੇਰ ਸਤ ਸੰਗਤ ਜੀ ਸੰਗਤਾਂ ਦੇ ਪਹੁੰਚਣ ਤੇ ਅਗਲੇ ਦਿਨ ਫੇਰ ਕੜਾਹ ਪ੍ਰਸ਼ਾਦ ਕਰਵਾਇਆ। ਇੱਕ ਦਿਸ਼ ਸਭ ਤਰਵਾਇਓ ਤਾਹੂ, ਕੜਾਹ ਪ੍ਰਸ਼ਾਦ ਦਾ ਢੇਰ ਲਾਤਾ ਇੱਕ ਪਾਸੇ। ਹੁਕਮ ਕਰੇ ਹੋ ਲੂਟੋ ਸਭ ਜਾਈ, ਹੁਕਮ ਕਰ ਦਿੱਤਾ ਖਾਲਸਾ ਜੀ ਲੁੱਟੋ ਇਸ ਨੂੰ। ਸੁਨ ਕਰ ਪਰਿਓ ਖਾਲਸਾ ਧਾਈ, ਖਾਲਸਾ ਸਤ ਸੰਜੀ ਭੁੱਖਾ ਸੀ, ਭੋਜਨ ਉਸ ਦਿਨ ਪਕਾਇਆ ਨਹੀਂ ਲੰਗਰ ਦੇ ਵਿੱਚ। ਸਾਰੇ ਧਾਵਾ ਬੋਲ ਕੇ ਗਏ ਕੜਾਹ ਪ੍ਰਸ਼ਾਦ। ਬਲ ਕੋ ਕਰੈ ਧਕੇਲਨ ਤਵੈ, ਇੱਕ ਦੂਜੇ ਨੂੰ ਬਲ ਦੇ ਨਾਲ ਧੱਕਦੇ ਨੇ, ਲੜ ਲੜ ਕੇ ਕੜਾਹ ਪ੍ਰਸ਼ਾਦ ਦੇ ਛਾਂਦੇ ਲੈਂਦੇ ਨੇ। ਅਜਕ ਤਿਹਾਵਲ ਲੂਟਤ ਸਭੈ, ਸਾਰੇ ਕੜਾਹ ਪ੍ਰਸ਼ਾਦ ਲੁੱਟ ਰਹੇ ਨੇ। ਫੇਰ ਕਰਾਇਓ ਫੇਰ ਲੁਟਾਇਓ, ਫੇਰ ਦੂਜੇ ਦਿਨ ਫੇਰ ਕੜਾਹ ਪ੍ਰਸ਼ਾਦ ਦਾ ਢੇਰ ਲਵਾਇਆ, ਫੇਰ ਇਹਨਾਂ ਨੂੰ ਜੰਗ ਕਰਨਾ ਸਿਖਾਇਆ। ਕਿਤ ਕਰਹਿ ਥਿਰ ਹਾਥ ਨ ਲਾਇਓ, ਕਿਤਨੇ ਇੱਕ ਸੰਤੋਖੀ ਸਿੱਖ 10ਵੇਂ ਪਾਤਸ਼ਾਹ ਦੇ ਪਾਸ ਬੈਠੇ ਰਹੇ, ਉਹਨਾਂ ਨੇ ਨਹੀਂ ਹੱਥ ਲਾਇਆ। ਸ਼੍ਰੀ ਮੁਖ ਬੂਝਿਓ ਲੂਟਿਓ ਨਾ ਕੈਸੇ, ਮਹਾਰਾਜ ਕਹਿੰਦੇ ਭਾਈ ਤੁਹਾਨੂੰ ਨਹੀਂ ਭੁੱਖ ਲੱਗੀ, ਤੁਸੀਂ ਕਿਉਂ ਨਹੀਂ ਲੁੱਟਿਆ ਕੜਾਹ ਪ੍ਰਸ਼ਾਦ? ਹਮਰੇ ਨਿਕਟ ਰਹੇ ਤੁਮ ਬੈਸੇ, ਤੁਸੀਂ ਸਾਡੇ ਕੋਲ ਹੀ ਬੈਠੇ ਰਹੇ ਹੋ। ਹਾਥ ਜੋੜ ਤਿਨ ਬਿਨੇ ਬਖਾਨੀ, ਹੱਥ ਜੋੜ ਕੇ ਨਿਮਰਤਾ ਭਾਵਨਾ ਬੇਨਤੀ ਕੀਤੀ। ਬੰਟੇ ਤੇ ਜੋ ਪ੍ਰਾਪਤ ਪਾਨੀ, ਮਹਾਰਾਜ ਸਾਨੂੰ ਤਾਂ ਜਿੰਨਾ ਵੰਡੇ ਚ ਦੇਵੋਗੇ ਵੰਡ ਕੇ ਉਹ ਛਕ ਲਾਂਗੇ। ਸੋ ਹਮ ਖੈ ਹੈ ਲੋਭ ਨਾ ਧਾਰਹਿ, ਅਸੀਂ ਨਹੀਂ ਲੋਭ ਧਾਰਦੇ ਜੀ, ਜੋ ਦੇਵੋਗੇ ਉਹ ਛਕ ਲਾਂਗੇ। ਸੁਨ ਸ਼੍ਰੀ ਮੁਖ ਤੇ ਗੁਰੂ ਉਚਾਰ ਹੈ, ਮਹਾਰਾਜ ਸੁਣ ਕੇ ਕਹਿਣ ਲੱਗੇ ਆਪ ਦੀਆ ਸੋ ਦੁੱਧ ਬਰਾਬਰ ਮੰਗ ਲਿਆ ਸੋ ਪਾਣੀ, ਝਗੜ ਲਿਆ ਸੋ ਰਕਤ ਬਰਾਬਰ ਕਹੋ ਨਾਨਕ ਨਿਰਵਾਣੀ। ਆਪਣੇ ਆਪ ਕੋਈ ਵਸਤੂ ਦੇਵੇ ਦੁੱਧ ਵਰਗੀ ਮਿੱਠੀ ਹੋਇਆ ਕਰਦੀ ਹੈ। ਮੰਗ ਲਈਏ ਪਾਣੀ ਵਾਂਗੂ ਹੌਲੇ ਜੇ ਹੋ ਕੇ ਸ਼ਰਮਿੰਦੇ ਜੇ ਹੋ ਕੇ ਮੰਗੀ ਦੀ ਹੈ। ਜੇ ਝਗੜ ਕੇ ਲਈਏ, ਝਗੜ ਕੇ ਵਸਤੂ ਨਹੀਂ ਲਈ, ਅਗਲੇ ਦਾ ਖੂਨ ਚੂਸਿਆ ਹੈ। ਇਸ ਕਰਕੇ ਉਹ ਸਿੱਖ ਸੀ ਜਿਹੜੇ ਕਹਿੰਦੇ ਮਹਾਰਾਜ ਤੁਸੀਂ ਸੰਤੋਖ ਬਖਸ਼ੋ ਸਾਨੂੰ, ਜੋ ਸ਼ਾਂਦਾ ਦੇਵੋਗੇ ਛਕਾਂਗੇ। ਧੰਨ ਖਾਲਸਾ ਹਵੈ ਵਿਦ ਦੋਏ, ਮਹਾਰਾਜ ਕਹਿੰਦੇ ਭਾਈ ਸਾਡਾ ਖਾਲਸਾ ਧਨ ਹੈ,
ਦੋ ਤਰ੍ਹਾਂ ਦਾ ਹੋਵੇਗਾ। ਸਤ ਸੰਤੋਖੀ ਵੀ ਬਹੁਤ ਹੋਏ। ਬਹੁਤ ਸਾਰੇ ਸਿੰਘ ਸੂਰਮੇ ਸਤ ਪ੍ਰਤੱਗੀ ਹੋਣਗੇ, ਸੰਤੋਖੀ ਹੋਣਗੇ, ਲਾਲਚ ਨਹੀਂ ਹੋਊ ਉਹਨਾਂ ਅੰਦਰ। ਬਹੁਤ ਲਟੇਰੇ ਪੀ ਵਿੱਚ ਬਨੈ। ਉਹਨਾਂ ਦੇ ਵਿੱਚ ਲੁਟੇਰੇ ਵੀ ਬਹੁਤ ਰਲ ਜਾਣਗੇ ਜਿਹੜੇ ਲੋਕਾਂ ਨੂੰ ਤੰਗ ਕਰਨਗੇ। ਫਿਰੇ ਅਨਕ ਪੀ ਸਿੱਖੀ ਸਨੈ। ਲੇਕਿਨ ਉਹ ਵੀ ਸਿੱਖੀ ਦੇ ਸਹਿਤ ਸਦਾਉਣਗੇ ਵੀ ਅਸੀਂ ਵੀ ਸਿੰਘ ਹੀ ਹਾਂ, ਪਰ ਹੋਣਗੇ ਲੁਟੇਰੇ। ਪੁਨ ਅੰਮ੍ਰਿਤ ਕੇ ਕਰੈ ਕਰਾਹੇ। ਫਿਰ ਸੱਚੇ ਪਾਤਸ਼ਾਹ ਖਾਲਸਾ ਜੀ ਉਨੀ ਦਿਨੀ ਅੰਮ੍ਰਿਤ ਤਿਆਰ ਕਰਨ ਲੱਗੇ, ਬਿਨਾਂ ਛਕਣ ਵਾਲੇ ਪ੍ਰੇਮੀਆਂ ਆਇਆਂ ਤੋਂ ਬਿਨਾਂ ਹੀ ਕੜਾਹੇ ਭਰ ਭਰ ਕੇ ਅੰਮ੍ਰਿਤ ਦੇ ਤਿਆਰ ਕਰਦੇ ਹਨ। ਤੇਤ ਪ੍ਰਵਾਹੋ ਸਰੋਵਰ ਮਾਹੇ। ਉੱਥੇ ਗੁਰੂ ਸਰ ਸਰੋਵਰ ਹੈ ਖਾਲਸਾ ਜੀ, ਸਰੋਵਰ ਦੇ ਵਿੱਚ ਆਪ ਜੀ ਡੋਲ ਦਿੰਦੇ ਨੇ ਕੜਾਹਾ ਭਰ ਕੇ, ਫਿਰ ਅੰਮ੍ਰਿਤ ਤਿਆਰ ਕਰਦੇ ਆ, ਫਿਰ ਸਰੋਵਰ 'ਚ ਡੋਲ ਦਿੰਦੇ ਆ। ਇਹ ਅੰਮ੍ਰਿਤ ਦੇ ਕੜਾਹੇ ਭਰ ਭਰ ਕੇ ਸਰੋਵਰ 'ਚ ਪਾਈ ਜਾਂਦੇ ਹਨ। ਤਬ ਸਿੰਘਨ ਕਰ ਜੋਰ ਸੋ ਬੂਝੈ। ਸਿੰਘਾਂ ਨੇ ਹੱਥ ਜੋੜ ਕੇ ਪੁੱਛਿਆ, ਪ੍ਰਭ ਜੀ ਕਾਰਨ ਕੌਣ ਅਰੂਜੈ। ਮਹਾਰਾਜੀਏ ਕਿਹੜੇ ਕੌਤਕ ਵਿੱਚ ਰਚੇ ਹੋਏ ਹੋ ਤੁਸੀਂ? ਨਿਤ ਪ੍ਰਤ ਅੰਮ੍ਰਿਤ ਕਰ ਕਰ ਗੇਰੋ। ਰੋਜ਼ ਮਹਾਰਾਜ ਅੰਮ੍ਰਿਤ ਤਿਆਰ ਕਰਾਉਂਦੇ ਹੋ ਸਿੰਘਾਂ ਤੋਂ, ਸਰੋਵਰ 'ਚ ਪਾ ਦਿੰਦੇ ਹੋ। ਕਾਰਨ ਕੌਣ ਆਪ ਨਾ ਹੇਰੋ। ਇਹ ਮਹਾਰਾਜ ਤੁਸੀਂ ਦੇਖ ਰਹੇ ਹੋ, ਅਸੀਂ ਵੀ ਦੇਖਦੇ ਹਾਂ, ਕਾਰਨ ਕੀ ਹੈ? ਸਭ ਸਤਿਗੁਰ ਸਭ ਸਾਥ ਬਖਾਨੀ। ਸਾਰੇ ਸਿੰਘਾਂ ਨੂੰ ਖਾਲਸਾ ਜੀ ਸਤਿਗੁਰਾਂ ਨੇ ਕਿਹਾ, ਇਹਾਂ ਖਾਲਸਾ ਸੁਮਣਵਾਨੀ। ਅੱਛਾ ਭਾਈ ਇੱਥੇ ਸਾਡਾ ਖਾਲਸਾ ਇੰਨਾ ਪ੍ਰਗਟ ਹੋਵੇਗਾ ਜੇ ਸੁਮਣ ਬਾਣੀ ਜਿਵੇਂ ਸੋਮੇ 'ਚੋਂ ਪਾਣੀ ਨਿਕਲਦਾ ਹੈ। ਇਹ ਮਾਲਵੇ ਦੀ ਧਰਤੀ 'ਚੋਂ ਅਸੀਂ ਸਰ ਸਬਜ਼ ਕਰ ਰਹੇ ਹਾਂ ਅੰਮ੍ਰਿਤ ਭਰ ਕੇ ਸਰੋਵਰ ਦੇ ਅੰਦਰ। ਜਿਹੜੇ ਜਿਹੜੇ ਵੀ ਇੱਥੇ ਇਸ ਧਰਤੀ ਦੇ ਜਨਮ ਲੈਣਗੇ ਉਹ ਭਾਈ ਸਿੱਖੀ ਧਾਰਨ ਕਰਨਗੇ। ਜਿਵੇਂ ਫੁਆਰੇ 'ਚੋਂ ਪਾਣੀ ਅਮੁੱਕ ਹੁੰਦਾ ਹੈ, ਇੱਕ ਰਸ ਨਿਕਲਦਾ ਹੈ, ਨਾਲੇ ਠੰਡਾ ਹੁੰਦਾ ਨਾਲ ਉੱਜਲ ਹੁੰਦਾ ਹੈ। ਇੱਥੇ ਭਾਈ ਕਮਾਈ ਵਾਲੇ ਸਿੰਘ ਸੂਰਮੇ ਪ੍ਰਗਟ ਹੋਣਗੇ। ਜਦੋਂ ਸਤ ਸੰਗਤ ਜੀ ਆਪ ਜੀ ਦੀਨੇ ਕਾਂਗੜ ਬੈਠੇ ਸੇ, ਉਸ ਵੇਲੇ ਭਾਈ ਲਖਮੀਰ ਸ਼ਮੀਰ ਹੁਣਾਂ ਨੇ ਬੜੀ ਸੇਵਾ ਕੀਤੀ। ਮਹਾਰਾਜ ਕਹਿੰਦੇ ਲਖਮੀਰ ਤੁਹਾਡੇ ਤੇ ਬਹੁਤ ਅਸੀਂ ਖੁਸ਼ ਹਾਂ, ਕੋਈ ਮੰਗ ਲਓ। ਕਹਿੰਦਾ ਮਹਾਰਾਜ ਮੁਕਤੀ ਦੇ ਦਿਓ। ਕਹਿੰਦੇ ਜੋ ਕੁਛ ਮਰਜ਼ੀ ਮੰਗ ਲੈ ਪਰ ਮੁਕਤੀ ਨਾ ਮੰਗ। ਅਖੀਰ ਤੇ ਸਤ ਸੰਗਤ ਸੁਪਨੇ 'ਚ ਇਹਦੇ ਜਨਮ ਭੁਗਤਾ ਕਰਕੇ ਮੁਕਤੀ ਦਿੱਤੀ ਮਹਾਰਾਜ ਜੀ ਨੇ। ਇੱਕ ਦਿਨ ਮਹਾਰਾਜ ਪ੍ਰਸ਼ਾਦ ਛਕ ਰਹੇ ਸੀ, ਕਹਿੰਦਾ ਮਹਾਰਾਜ ਮੈਨੂੰ ਸੀਤ ਪ੍ਰਸ਼ਾਦ ਥੋੜ੍ਹਾ ਜਿਹਾ ਦੇ ਦੇ। ਮਹਾਰਾਜ ਨੇ ਸਤ ਸੰਗਤ ਦੇ ਤੋਂ ਖੁਸ਼ ਹੋ ਕੇ ਜਦੋਂ ਥਾਲ ਦਿੱਤਾ, ਇਹਨੇ ਛਕਿਆ ਨਾ, ਢੱਕ ਕੇ ਘਰ ਨੂੰ ਲੈ ਚੱਲਿਆ। ਮਹਾਰਾਜ ਕਹਿੰਦੇ ਸ਼ਮੀਰ ਸਾਡੇ ਕੋਲ ਬਹਿ ਕੇ ਹੀ ਛਕ ਲਾ। ਕਹਿੰਦਾ ਮਹਾਰਾਜ ਮੈਨੂੰ ਆਗਿਆ ਦੇ ਦਿਓ, ਸਾਡਾ ਸਾਰਾ ਪਰਿਵਾਰ ਕਿਣਕਾ ਕਿਣਕਾ ਛਕੂ, ਅਸੀਂ ਸਾਡੇ ਸਾਰਿਆਂ ਦਾ ਭਲਾ ਹੋ ਜਾਵੇਗਾ। ਚਲਿਆ ਗਿਆ ਘਰ। ਗਾਹਾਂ ਸਤ ਸੰਗਤ ਜੀ ਪੱਤੋ ਦੇ ਰਹਿਣ ਵਾਲਾ ਇਹਦਾ ਮਾਮਾ ਸੀ। ਇਹਨਾਂ ਕੋਲੇ ਭਾਣਜਿਆਂ ਕੋਲੇ ਰਿਹਾ ਕਰਦਾ ਸੀ। ਪੰਜ ਪੀਰੀਆ ਆ ਲਾਲਾ ਵਾਲੇ ਨੂੰ ਮੰਨਣ ਵਾਲਾ ਧੌਂਕੜ ਨੂੰ। ਕਹਿੰਦਾ ਉਹ ਭਾਣਜਿਆ ਥਾਲ ਚੱਕੀ ਆਉਣਾ, ਕੀ ਲਿਆਇਆ? ਕਹਿੰਦਾ ਗੁਰੂ ਸਾਹਿਬ ਦਾ ਸੀਤ ਪ੍ਰਸ਼ਾਦ। ਕਹਿੰਦਾ ਹੈਂ, ਲਾਲਾ ਵਾਲਾ ਜੇ ਨਾਰਾਜ਼ ਹੋ ਗਿਆ ਸਾਡੇ ਡੰਗਰ ਪਸ਼ੂ ਸਾਰੇ ਮਰ ਜਾਣਗੇ, ਤਬਾਹ ਹੋ ਜਾਵਾਂਗੇ, ਇਹ ਨਹੀਂ ਖਾਣ ਦੇਣਾ ਮੈਂ। ਜਿਉਂ ਫੜਿਆ ਥਾਲ ਸਤ ਸੰਗਤ ਜੀ ਧਰਤੀ 'ਚ ਦੱਬ ਦਿੱਤਾ। ਸ਼ਮੀਰ ਦਾ ਪਰਨ ਸੀ ਕਿ ਇੱਕ ਤਾਂ ਸਤਿਗੁਰਾਂ ਦਾ ਬਚਨ ਨਹੀਂ ਬੋਲਣਾ, ਇੱਕ ਝੂਠ ਨਹੀਂ ਬੋਲਣਾ। ਜੋ ਬਚਨ ਕਹਿਣ ਭਲਾ ਜੀ ਸਤ ਬਚਨ, ਜੋ ਹੁਕਮ ਕਰਨ ਉਹ ਵੀ ਸਤ ਬਚਨ। ਜਦੋਂ ਦੂਸਰੇ ਦਿਨ ਗਿਆ, ਮਹਾਰਾਜ ਅੰਤਰਜਾਮੀ ਸੀ। ਸਤਿਗੁਰੂ ਜੀ ਕਹਿੰਦੇ ਸ਼ਮੀਰ ਪ੍ਰਸ਼ਾਦ ਛਕ ਲਿਆ ਸੀ ਭਾਈ? ਕਹਿੰਦਾ ਮਹਾਰਾਜ ਮਾਮੇ ਨੇ ਛਕਣ ਨਹੀਂ ਦਿੱਤਾ। ਕਹਿੰਦੇ ਚੰਗਾ, ਅਸੀਂ ਤੁਹਾਨੂੰ ਬਖਸ਼ਿਸ਼ ਕਰਨੀ ਚਾਹੁੰਦੇ ਹਾਂ, ਤੁਹਾਡੀ ਸੇਵਾ ਤੇ ਪ੍ਰਸੰਨ ਹੋ ਕੇ। ਉਹ ਤੁਹਾਡੇ ਘਰ ਨੂੰ ਗ੍ਰਹਿ ਚਿੰਬੜਿਆ ਹੋਇਆ ਪਾਪੀ ਵਿਘਨ ਪਾਉਂਦਾ ਹੈ, ਜਾਂ ਉਹਦੀ ਬੰਸ ਵਿੱਚ ਕੋੜ ਚੱਲੇਗਾ। ਉਹਨੂੰ ਇਉਂ ਬਚਨ ਕਰ ਦਿੱਤੇ। ਨਾਲ ਹੀ ਕਿਹਾ ਜਿਹੜੀ ਭੂਮੀ 'ਚ ਸਾਡਾ ਅੰਨ ਦੱਬਿਆ ਗਿਆ ਨਾ ਸੀਤ ਪ੍ਰਸਾਦ, ਇਸ ਧਰਤੀ 'ਚੋਂ ਅੰਨ ਬਹੁਤ ਹੋਵੇਗਾ। ਉਹ ਵਰ ਪਹਿਲਾਂ ਵੀ ਦੇ ਚੁੱਕੇ ਹਨ। ਅੱਜ ਸਤ ਸੰਗਤ ਜੀ ਜਿੱਥੇ ਅੰਨ ਦਾ ਵਰ ਦਿੱਤਾ ਹੈ, ਉੱਥੇ ਸਿੰਘਾਂ ਦੇ ਉਤਪਤ ਹੋਣ ਦਾ ਵਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਰਹੇ ਨੇ ਕਿ ਇੱਥੇ ਅੰਮ੍ਰਿਤਧਾਰੀ ਸਿੰਘ ਬਹੁਤ ਹੋਣਗੇ। ਉਪਜੈ ਪੁੰਜ ਸਿੰਘ ਇਸ ਥਾਈ। ਇਸ ਥਾਂ ਤੇ ਬਹੁਤ ਸਿੰਘ ਪ੍ਰਗਟ ਹੋਣਗੇ। ਪੁਨ ਬਹੁ ਲਿਖਣਾ ਘੜੈ ਗੁਸਾਈ। ਫਿਰ ਇੱਕ ਦਿਨ ਸਤ ਸੰਗਤ ਜੀ ਆਪ ਜੀ ਚਾਕੂ ਲੈ ਕੇ ਕਲਮਾਂ ਘੜ ਘੜ ਰੱਖੀ ਜਾਂਦੇ ਨੇ। ਕਰ ਕਰ ਧਰੈ ਤਿਆਰ ਬਹੁ ਬਾਰੀ। ਬਹੁਤ ਵਾਰੀ ਸਤ ਸੰਗਤ ਜੀ ਕਲਮਾਂ ਘੜ ਲੈਂਦੇ ਨੇ, ਇਕੱਠੀਆਂ ਕਰਕੇ ਰੱਖ ਲੈਂਦੇ ਨੇ। ਬੁਝੇ ਤੇ ਸ਼੍ਰੀ ਪ੍ਰਭੂ ਉਚਾਰੀ। ਪੁੱਛਿਆ ਸਿੰਘਾਂ ਨੇ ਮਹਾਰਾਜ ਕਲਮਾਂ ਇੰਨੀਆਂ ਕੀ ਕਰਨੀਆਂ? ਹੋਏ ਦਮ ਦਮਾ ਗੁਰ ਕੀ ਕਾਸ਼ੀ। ਮਹਾਰਾਜ ਕਹਿੰਦੇ ਭਾਈ ਜਿਵੇਂ ਪੰਡਤਾਂ ਦੀ ਕਾਸ਼ੀ ਆ ਨਾ ਬਨਾਰਸ,
ਇਹ ਸਾਡੇ ਤਾਬੋ ਕੀ ਤਲਵੰਡੀ ਦਮਦਮਾ ਸਾਹਿਬ ਹੋਵੇਗਾ। ਸਾਡਾ ਦਮ ਲੈਣ ਦਾ ਇੱਥੇ ਟਿਕਣ ਦਾ ਸਥਾਨ ਹੈ। ਇਹ ਗੁਰੂ ਕੀ ਕਾਂਸ਼ੀ ਹੋਵੇਗੀ। ਲੇਖਕ ਬਨਹਿ ਪੜ੍ਹੈ ਸਿੱਖ ਰਾਸੀ। ਬੜੇ ਭਾਰੀ ਸਿੱਖ ਇੱਥੇ ਸਾਡੇ ਪੜ੍ਹਨਗੇ ਔਰ ਲਿਖਾਰੀ ਬਣਨਗੇ। ਉਦੋਂ ਪ੍ਰੀਸਾਂ ਨਹੀਂ ਸੀ ਹੁੰਦੀਆਂ। ਸਿੰਘ ਸੂਰਮੇ ਸਤ ਸੰਜੀ ਕਲਮਾਂ ਨਾਲ ਮਹਾਰਾਜ ਦੇ ਸਰੂਪ ਲਿਖਿਆ ਕਰਦੇ ਸੀ। ਸ਼ਾਹੀ ਦੀ ਵਿਧੀ ਵੀ ਸਤ ਸੰਜੀ ਕਈ ਪੁਰਾਣੇ ਸਰੂਪਾਂ ਤੇ ਲਿਖੀ ਹੋਈ ਹੈ ਪਿੱਛੇ ਜਲਦ ਦੇ। ਇਸੇ ਤਰ੍ਹਾਂ ਬੜਾ ਸੋਨਾ ਆਦਿਕ ਪਾ ਕੇ ਯੁਕਤੀ ਦੇ ਨਾਲ ਸਤ ਸੰਗਤ ਜੀ ਸ਼ਾਹੀ ਬਣਾਉਣੀ। ਫਿਰ ਉਹਦੇ ਵਿੱਚ ਪਾਣੀ ਜਾਂ ਗੰਗਾ ਦਾ ਪਾਉਣਾ ਜਾਂ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦਾ ਪਾਉਣਾ ਕਿ ਗੁਰਬਾਣੀ ਲਿਖਣੀ ਹੈ ਇਹ ਅੰਮ੍ਰਿਤ ਦੇ ਨਾਲ ਹੀ ਲਿਖੀ ਜਾਵੇ ਤਾਂ ਚੰਗੀ ਹੈ। ਇੰਨੀ ਭਾਵਨਾ ਜਿਹੜੀ ਸਾਡੇ ਦਿਮਾਗ ਵਿੱਚ ਵੀ ਹੈ ਨਹੀਂ ਗੀ। ਇਹ ਪੁਰਾਣੇ ਗੁਰਸਿੱਖਾਂ ਸੀ। ਉਹਨਾਂ ਦੀ ਭਾਈ ਕਿਉਂ ਨਹੀਂ ਮਹਾਰਾਜ ਕਲਿਆਣ ਕਰਨਗੇ, ਕਿਉਂ ਨਹੀਂ ਉਹਨਾਂ ਦੇ ਹਿਰਦੇ 'ਚ ਬਾਣੀ ਬਸੇਗੀ। ਸੋ ਆਪ ਜੀ ਸਤ ਸੰਗਤ ਜੀ ਕਲਮਾ ਬਹੁਤ ਘੜੀਆਂ ਨਾਲੇ ਵਰ ਦਿੱਤਾ। ਇੱਕ ਦਿਨ ਚੜ ਅਖੇਰ ਕੋ ਗਏ। ਇੱਕ ਦਿਨ ਸ਼ਿਕਾਰ ਚੜ ਕੇ ਗਏ। ਉਸ ਅਸ਼ਟ ਏਕੋ ਉਤਰਤ ਪਏ। 9 ਕੋਹ ਤੇ ਜਾ ਕੇ ਉਤਰੇ। ਤਹਾਂ ਸਿੰਸ ਪਾਖਰੀ ਬਡੇਰੇ। ਬੜੀ ਭਾਰੀ ਟਾਹਲੀ ਖੜੀ ਸੀ ਉੱਥੇ। ਹਾਥ 5-10 ਫੇਰ ਕਨੇਰੇ। ਜਿਹਦੇ ਇਰਦ ਗਿਰਦ ਸਾਧ ਸੰਗਤ 10-15 ਹੱਥ ਦਾ ਇਰਦ ਗਿਰਦ ਥੜਾ ਬਣਿਆ ਹੋਇਆ ਸੀ। ਰਾਖ ਮੋੜ ਤਬੈ ਚੱਲ ਗਏ। ਜਦ ਨੂੰ ਮੌੜ ਪਿੰਡ ਸੀ ਨੇੜੇ, ਉੱਥੇ ਦੇ ਲੋਕਾਂ ਨੂੰ ਪਤਾ ਲੱਗਿਆ ਮਹਾਰਾਜ ਉੱਥੇ ਆਏ ਨੇ ਬਾਹਰ। ਬੜੀ ਭਾਰੀ ਜੰਗਲ 'ਚ ਟਾਹਲੀ ਆ, ਉੱਥੇ ਬੈਠੇ ਹਨ ਸਿੰਘਾਂ ਦੇ ਸਮੇਤ। ਜ਼ਿਮੀਂਦਾਰ ਆਏ। ਦੁੱਧ ਘਟੇ ਭਰ ਲਿਆਵਤ ਭਏ। ਘਰਾਂ ਤੋਂ ਦੁੱਧ ਦੇ ਘੜੇ ਭਰ ਭਰ ਕੇ ਲਿਆ ਰਹੇ ਨੇ। ਸਭ ਕੋ ਪਿਆਏ ਖੁਸ਼ੀਲੇ ਕਨੀ। ਸਾਰੇ ਸਿੰਘਾਂ ਨੂੰ ਪਿਆਇਆ, ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਬਦੋ ਬੰਸ ਹੋਏ ਸਿੰਘ ਸੋ ਬਨੀ। ਮਹਾਰਾਜ ਨੇ ਵਰ ਦਿੱਤਾ ਬੋੜਾਂ ਵਾਲਿਆਂ ਨੂੰ, ਅੱਛਾ ਭਾਈ ਤੁਹਾਡੀ ਬੰਸ ਵਧੇਗੀ, ਤੁਹਾਡੇ ਘਰਾਣਿਆਂ 'ਚ ਸਿੰਘ ਪੈਦਾ ਹੋਣਗੇ। ਬੋਹਰ ਪ੍ਰਭੂ ਡੇਰੇ ਚੱਲ ਆਏ। ਫਿਰ ਸਤਿਗੁਰੂ ਜੀ ਵਾਪਸ ਦਮਦਮੇ ਸਾਹਿਬ ਆ ਗਏ। ਉਤਰ ਆਪਣੇ ਥਾਨ ਸੁਹਾਏ। ਸੋਭਨੀਕ ਹੋਏ ਆਪਣੇ ਆਸਣ ਤੇ ਬੈਠ ਕੇ। ਕਬ ਕਬ ਥਿਰ ਹੈ ਗੁਰੂ ਸਰ ਜਾਵੇ। ਕਦੇ ਕਦੇ ਸਤਿਗੁਰੂ ਜੀ ਸਤ ਸੰਜੀ ਗੁਰੂ ਸਰ ਜਾਂਦੇ ਹਨ। ਗੰਧ ਸੰਗਤ ਤੇ ਕਾਰ ਕਢਾਵੇ। ਸੰਗਤਾਂ ਤੋਂ ਸਰੋਵਰ ਦੀ ਕਾਰ ਕਰਾਉਂਦੇ ਨੇ, ਕਢਾਉਂਦੇ ਨੇ ਮਿੱਟੀ। ਸਾਇੰ ਸਮੇਂ ਜਾਏ ਜੜਿਆਨੇ। ਸ਼ਾਮ ਦੇ ਟਾਈਮ ਸਤ ਸੰਗਤ ਜੀ ਜੰਡ ਸਾਹਿਬ ਗੁਰਦੁਆਰਾ ਹੈ, ਉੱਥੇ ਜਾਂਦੇ ਨੇ। ਬੈਠੇ ਸਭਨ ਹਕਾਰਨ ਠਾਨੈ। ਬੈਠ ਕੇ ਸਾਰਿਆਂ ਨੂੰ ਬੁਲਾ ਲੈਂਦੇ ਨੇ ਸਿੰਘਾਂ ਨੂੰ। ਆਗਨਤ ਰਜਤ ਪਾਣੇ ਆਸਨ ਤਰੇ। ਆਪ ਦੇ ਆਸਣ ਦੇ ਥੱਲਿਓਂ ਕੱਢ ਕੇ ਨਾ ਅਗਿਣਤੀ ਰੁਪਈਏ ਚਾਂਦੀ ਦੇ ਬਹੁ ਦੀਨਾਰ ਨਿਕਾਰਨ ਕਰੈ। ਮੋਹਰਾਂ ਵੀ ਕੱਢ ਲੈਂਦੇ ਨੇ ਆਸਣ ਦੇ ਥੱਲਿਓਂ। ਰੋਜ਼ਦਾਰ ਕੋ ਦੇਤ ਬੁਲਾਈ। ਜਿੰਨੇ ਤਨਖਾਹੀਏ ਨੇ ਨਾ ਸਤ ਸੰਗਤ ਜੀ ਨੌਕਰ ਹਨ ਰੱਖੇ ਹੋਏ ਸੂਰਮੇ, ਸਾਰਿਆਂ ਨੂੰ ਤਨਖਾਹ ਦਿੰਦੇ ਨੇ। ਆਏ ਆਏ ਲੇਤੇ ਸਮੁਦਾਈ। ਆ ਕੇ ਸਿੰਘ ਸੂਰਮੇ ਤਨਖਾਹਾਂ ਲੈਂਦੇ ਆ। ਜਿਤਕ ਚਾਕਰੀ ਧਨ ਜੋ ਲੇਤਾ। ਜਿੰਨੇ ਸਤ ਸੰਗਤ ਜੀ ਕੋਈ ਨੌਕਰੀ ਲੈਂਦਾ ਸੀ ਤਿਤਕ ਮੁਸ਼ਟ ਪਰ ਬਿਨ ਪਿਖ ਦੇਤਾ। ਗਿਣਦੇ ਨਹੀਂ ਸੀ ਮਹਾਰਾਜ, ਓਨਾ ਹੀ ਮੁੱਠੀ ਭਰ ਕੇ ਚਾਂਦੀ ਦੇ ਰੁਪਈਆਂ ਦੀ ਜਾਂ ਮੋਹਰਾਂ ਦੀ ਅਗਲੇ ਦੀ ਝੋਲੀ 'ਚ ਪਾ ਦੇਣੀ। ਕਈ ਬੇਰ ਵਰਤਾਇਓ ਤਾਂ। ਉੱਥੇ ਜੰਡ ਸਾਹਿਬ ਗੁਰਦਾਰੇ ਜਾ ਕੇ ਕਈ ਵੇਰੀ ਤਨਖਾਹਾਂ ਨੂੰ ਵਰਤਾਉਣਾ ਕੀਤਾ। ਸੈਨ ਰਜੀਨਾ ਲੇਤੇ ਮਹਾ। ਸਾਰੀ ਫੌਜ ਆਪਣੀ ਰੋਜੀ ਵਾਸਤੇ ਤਨਖਾਹ ਲੈਂਦੀ ਹੈ। ਭਰਮੇ ਪਿਖ ਬਰਾੜਤ ਸਥਾਨ। ਬਰਾੜ ਹੈਰਾਨ ਹੋ ਗਏ ਵੀ ਇਸ ਥਾਂ ਤੇ ਖੌਣੀ ਖਜ਼ਾਨਾ ਹੀ ਦੱਬਿਆ ਹੋਇਆ। ਮਹਾਰਾਜ ਜੀ ਨੇ ਆਸਣ ਲਾ ਲੈਂਦੇ ਨੇ, ਥੱਲੇ ਤਪੜੀ ਤੋਂ ਕੱਢ ਕੱਢ ਕੇ ਦੇਈ ਜਾਂਦੇ ਨੇ ਮੁੱਠੀਆਂ ਭਰ ਭਰ। ਇਸ ਥਲ ਗੁਰ ਧਨ ਧਰਿਓ ਮਹਾਨ। ਇੱਥੇ ਤਾਂ ਸਤਿਗੁਰਾਂ ਨੇ ਧਨ ਰੱਖਿਆ ਹੋਇਆ ਹੈ। ਫਿਰ ਹੋਏ ਇਤਹਿ ਕਾਢ ਕਰ ਤਰੈ। ਬੈਠ ਕਰਕੇ ਥੱਲੋਂ ਕੱਢ ਕੱਢ ਕੇ ਦੇਈ ਜਾਂਦੇ ਨੇ। ਹਮ ਜੁਤ ਸਭਨ ਦੇ ਬਹੁ ਕਰੈ। ਸਾਨੂੰ ਵੀ ਦਿੰਦੇ ਨੇ, ਹੋਰਾਂ ਨੂੰ ਵੀ ਦਿੰਦੇ ਹਨ। ਨਿਸਮੈ ਫੈਲਿਓ ਤਿਮਨ ਕਰੇਰਾ। ਰਾਤ ਨੂੰ ਜਦੋਂ ਗਾੜੀ ਹਨੇਰਾ ਹੋ ਗਿਆ ਗਾੜਾ, ਗਏ ਨਿਕਾਸਨ ਕੋ ਤਿਸ ਬੇਰਾ। ਬਰਾੜਾ ਨੇ ਸੋਚਿਆ ਉਹ ਆਪਾਂ ਹੀ ਲੁੱਟ ਲਈਏ ਉੱਥੋਂ ਗੁਰੂ ਕਾ ਧਨ। ਜਾ ਕੇ ਜੰਡ ਸਾਹਿਬ ਸਤ ਸੰਗਤ ਜੀ ਉਹ ਧਰਤੀ ਪੱਟਣ ਲੱਗ ਗਏ। ਅਵਨੀ ਖਨੀ ਅਦਕ ਬਲ ਲਾਈ। ਬਹੁਤ ਬਲ ਲਾ ਕੇ ਕਈਆਂ ਲੈ ਗਏ, ਰਾਤ ਨੂੰ ਧਰਤੀ ਪੱਟੀ। ਇੱਕ ਬਰਾਟ ਕਾ ਹੱਥ ਨ ਆਈ। ਇੱਕ ਕੌਡੀ ਵੀ ਹੱਥ ਨਾ ਆਈ। ਕੀ ਧੰਨ ਮਹਾਰਾਜ ਦੀ ਸਤ ਸੰਗਤ ਜੀ ਕਲਾ ਹੈ। ਮੂਰਖ ਰਹੇ ਲਜਾਏ ਬਡੇਰੇ। ਮੂਰਖ ਬੜੇ ਸ਼ਰਮਿੰਦੇ ਹੋਏ। ਪਛਤਾਏ ਨਿਜ ਕਰਮ ਖਟੇਰੇ। ਪਛਤਾਇਆ, ਸਾਰਿਆਂ ਨੇ ਪਛਤਾਉਣਾ ਕੀਤਾ ਕਿ ਸਾਡੇ ਕਰਮ ਹੀ ਮਾੜੇ ਨੇ, ਅਸੀਂ ਸ਼ਰਧਾ ਨਾ ਧਾਰੀ। ਇੱਕ ਦਿਨ ਡੱਲਾ ਨੇ ਸਮਝਾਰੀ। ਇੱਕ ਦਿਨ ਸਤਿਗੁਰੂ ਜੀ ਦੇ ਦਰਾ ਪਾਸ ਰਾਤ ਨੂੰ ਸਿਪਰ ਖੜਗ ਦੋਨੋਂ ਹੱਥ ਧਾਰੀ। ਢਾਲਾ ਤੇ ਸਤ ਸੰਗਤ ਜੀ ਤਲਵਾਰ ਪਕੜ ਕੇ ਇਸਨੇ ਪਹਿਰਾ ਦਿੱਤਾ। ਜਿਵੇਂ ਇਸ ਨੂੰ ਡੱਲੇ ਨੂੰ ਵਰ ਦੇਣਗੇ, ਇਹਨੇ ਇੱਕ ਰਾਤ ਪਹਿਰਾ ਦੇਣਾ ਸ਼ਰਧਾ ਦੇ ਸਹਿਤ। ਉਹ ਕੱਲ ਨੂੰ ਵਿਚਾਰਾਂਗੇ ਅੱਗੇ ਕਥਾ। ਸੋ ਖਾਲਸਾ ਜੀ, ਅੱਜ 6ਵੇਂ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਆਪ ਜੀ ਨੇ 1652 ਬਿਕਰਮੀ 'ਚ ਗੁਰੂ ਕੀ ਬਡਾਲੀ 66 ਸਾਹਿਬ ਦੇ ਪਾਸ ਹੈ। ਜਿਸ ਵੇਲੇ ਪਿਰਥੀਏ ਨੇ ਬਹੁਤੀ ਈਰਖਾ ਕੀਤੀ,
ਖਿਮਾ ਦੇ ਮਾਰਗ ਗੁਰੂ ਅਰਜਨ ਦੇਵ ਜੀ ਕਹਿੰਦੇ ਸਿੱਖਾਂ ਨੂੰ, ਚਲੋ ਭਾਈ ਆਪਾਂ ਅੰਮ੍ਰਿਤਸਰੋਂ ਬਾਹਰ ਨਿਕਲ ਕੇ ਕਿਤੇ ਗੁਜ਼ਾਰਾ ਕਰ ਲੈਂਦੇ। ਆਪ ਜੀ ਗੁਰੂ ਕੀ ਬਡਾਲੀ ਸੱਤ ਸੰਗ ਜੀ ਜਾ ਕੇ ਨਿਵਾਸ ਕੀਤਾ। ਉੱਥੇ ਛੇਵੇਂ ਪਾਤਸ਼ਾਹ ਨੇ ਅਵਤਾਰ ਧਾਰਿਆ ਹੈ। ਵਿਸਾਖ ਦੇ ਨੇਰ ਪੱਖ ਦੀ ਪੰਚਮੀ ਸੀ। 1652 ਵਿੱਚ ਆਪ ਜੀ ਨੇ ਅਵਤਾਰ ਧਾਰਿਆ। ਬਾਲਕ ਅਵਸਥਾ ਸਤ ਸੰਗਤ ਜੀ ਕੁਝ ਉੱਥੇ ਗੁਜ਼ਰੀ। ਪਿਰਥੀ ਨੇ ਈਰਖਾ ਕਰਨੀ, ਸੱਪ ਲੜਾਉਣ ਦੀ ਕੋਸ਼ਿਸ਼ ਕਰਨੀ, ਦਾਈ ਨੂੰ ਕਿਸੇ ਨੂੰ ਸਤ ਸੰਗਤ ਜੀ ਆਸਨਾਂ ਨੂੰ ਜ਼ਹਿਰ ਲਵਾ ਕੇ ਭੇਜ ਦੇਣਾ ਕਿ ਇਹਨਾਂ ਦੇ ਸਾਹਿਬਜ਼ਾਦੇ ਨੂੰ ਮਾਰ ਦੇਣ ਤਾਂ ਚੰਗਾ ਹੈ। ਬਾਬਾ ਬੁੱਢਾ ਜੀ ਨੇ ਵਰ ਦੇ ਕੇ ਸਤ ਸੰਗਤ ਜੀ ਪ੍ਰਗਟ ਕਰਨੇ। ਕੌਣ ਉਸ ਵਰ 'ਚ ਵਿਘਨ ਪਾ ਸਕਦਾ ਸੀ? ਆਪ ਜੀ ਸਤ ਸੰਗਤ ਜੀ ਬਾਲਕ ਅਵਸਥਾ ਵਿੱਚ ਬਾਬਾ ਬੁੱਢਾ ਜੀ ਨੇ ਸਤ ਸੰਗਤ ਜੀ ਵਿੱਦਿਆ ਵੀ ਪੜ੍ਹਾਈ। ਭਾਵੇਂ ਉਹੀ ਗੁਰੂ ਨਾਨਕ ਲੋਕ ਦੀ ਜੋਤ ਦੀ ਹੈ ਮਹਾਰਾਜ ਜੀ ਦੀ, ਪਰ ਮਰਜ਼ਾਦਾ ਰੱਖਦੇ ਹੋਏ ਸੱਚੇ ਪਾਤਸ਼ਾਹ ਬਾਬਾ ਬੁੱਢੇ ਜੀ ਦੇ ਪਾਸੋਂ ਸਤ ਸੰਗਤ ਜੀ ਗੁਰਮੁਖੀ ਅੱਖਰ ਪੜ੍ਹਿਆ ਕਰਦੇ। ਇਸੇ ਤਰ੍ਹਾਂ ਸਤ ਸੰਗਤ ਜੀ ਆਪ ਪੰਚਮ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਆ ਗਏ। ਜਦੋਂ ਸ਼ਾਂਤਮਈ ਵਾਤਾਵਰਨ ਹੋਇਆ, ਇੱਥੇ ਸਤ ਸੰਗਤ ਜੀ ਬਾਲਕਾਂ ਨਾਲ ਖੇਡਦੇ ਰਹੇ। ਜਿਸ ਵੇਲੇ ਸਤ ਸੰਗਤ ਜੀ 1663 ਵਿੱਚ ਇਹ ਜਹਾਂਗੀਰ ਨੇ ਇਤਾਦਿਕ ਸਤ ਸੰਗਤ ਜੀ ਚੰਦੂ ਵਰਗਿਆਂ ਨੇ ਈਰਖਾ ਕੀਤੀ। ਪੰਜਵੇਂ ਪਾਤਸ਼ਾਹ ਨੇ ਸਤ ਸੰਗਤ ਸ਼ਹੀਦੀ ਪ੍ਰਾਪਤ ਕਰ ਲਈ। ਬਾਲਕ ਅਵਸਥਾ 'ਚ ਪੰਜਵੇਂ ਪਾਤਸ਼ਾਹ ਨੇ ਹੁੰਦਿਆਂ ਹੀ ਸਤ ਸੰਗਤ ਜੀ 1661 ਵਿੱਚ ਆਪ ਜੀ ਦਾ ਸਤ ਸੰਗਤ ਜੀ ਬਾਲਕ ਅਵਸਥਾ 'ਚ ਵਿਆਹ ਕਰ ਦਿੱਤਾ। ਭਾਈ ਪਾਰੋ ਗੁਰੂ ਕਾ ਸਿੱਖ ਹੋਇਆ। ਗੁਰੂ ਅਮਰਦਾਸ ਜੀ ਦਾ ਸੇਵਕ। ਡੱਲਾ ਨਗਰ ਹੈ ਸੁਲਤਾਨਪੁਰ ਦੇ ਨੇੜੇ ਦੁਆਬੇ ਵਿੱਚ। ਉੱਥੇ ਸਤ ਸੰਗਤ ਜੀ ਭਾਈ ਪਾਰੋ ਜੀ ਦਾ ਪੋਤਰਾ ਨਾਰਾਇਣ ਦਾਸ ਸੀ। ਉਹਦੀ ਪੁੱਤਰੀ ਮਾਤਾ ਦਮੋਦਰੀ ਜੀ ਹੋਈ, ਜਿਹਦੇ ਨਾਲ ਸਤ ਸੰਗਤ ਜੀ ਪਹਿਲੀ ਸ਼ਾਦੀ ਹੋਈ ਆਪ ਦੀ। ਇਹ ਸਤ ਸੰਗਤ ਜੀ 1661 ਵਿੱਚ ਹੀ ਵਿਆਹ ਹੋਇਆ। ਦੂਸਰਾ ਸਤ ਸੰਗਤ ਜੀ ਇੱਥੇ ਅੰਮ੍ਰਿਤਸਰ ਵਿੱਚ ਹੀ ਰਹਿੰਦੇ ਸਨ। ਹਰੀ ਚੰਦ ਜੋ ਸਤ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਨਾ ਜੀ ਲੱਗਦੇ ਸਨ। ਇਹਨਾਂ ਦੀ ਪੁੱਤਰੀ ਨਾਨਕੀ। ਇਹਦੇ ਨਾਲ ਸਤ ਸੰਗਤ ਜੀ 17 'ਚ ਵਿਆਹ ਹੋਇਆ ਹੈ। 1670 'ਚ 1672 ਵਿੱਚ ਸਤ ਸੰਗਤ ਜੀ ਮਡਿਆਲੀ ਤੋਂ, ਜਿਹਨੂੰ ਮਰਵਾਹੀ ਵੀ ਕਿਹਾ ਕਰਦੇ ਮਹਾਰਾਜ, ਮਹਾਦੇਵੀ ਨਾਮ ਸੀ, ਜਿਹਦੀ ਕੁੱਖ ਤੋਂ ਸਤ ਸੰਗਤ ਜੀ ਸੂਰਜਮਲ ਜੀ ਅਣੀ ਰਾਏ ਜੀ ਪ੍ਰਗਟ ਹੋਏ। ਇਸੇ ਤਰ੍ਹਾਂ ਸਤ ਸੰਗਤ ਜੀ ਮਾਤਾ ਨਾਨਕ ਜੀ ਦੀ ਕੁੱਖ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਬਾਬਾ ਅਟਲ ਰਾਏ ਜੀ ਪ੍ਰਗਟ ਹੋਏ। ਮਾਤਾ ਸਤ ਸੰਗਤ ਜੀ ਦਮੋਦਰੀ ਦੀ ਕੁੱਖ ਤੋਂ ਬੀਬੀ ਬੀਰੋ ਜੀ ਬਾਬਾ ਗੁਰਦੱਤਾ ਜੀ ਪ੍ਰਗਟ ਹੋਏ। ਐਸਾ ਸੱਚੇ ਪਾਤਸ਼ਾਹ ਦੀ ਸਤ ਸੰਗਤ ਸੋਢ ਵੰਸ਼ ਦੀ ਪੀੜ੍ਹੀ ਪ੍ਰਫੁੱਲਤ ਹੋਈ। ਗੁਰਸਿੱਖੋ, ਭਾਈ ਗੁਰਦਾਸ ਜੀ ਨੇ ਫਰਮਾਇਆ ਹੈ, 5 ਪਿਆਲੇ 5 ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਨ ਬਾਰੋ ਬਾਰੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ, ਪੁੱਛਣ ਸਿੱਖ ਅਰਦਾਸ ਕਰ 6 ਮਹਿਲਾਂ ਤੱਕ ਦਰਸ਼ਨ ਨਿਹਾਰੀ। ਸਾਰੇ ਸਿੱਖ ਅਰਦਾਸ ਕਰਕੇ ਪੁੱਛਦੇ ਮਹਾਰਾਜ 6 ਸਰੂਪਾਂ ਤੱਕ ਤੁਹਾਡੇ ਦਰਸ਼ਨ ਹੋ ਗਏ। ਆ ਮਹਾਰਾ 5 ਪਿਆਲੇ 5 ਪੀਰ, ਪੰਜੇ ਹੀ ਸਤ ਸੰਤੋਖ ਦਇਆ ਧਰਮ ਧੀਰਜ। ਇਹ 5 ਪਿਆਲੇ ਪਿਆਲ ਦਿੱਤੇ ਸੰਗਤਾਂ ਨੂੰ, ਫੜ ਫੜ ਕੇ ਸਿੱਖੀ ਦਿੱਤੀ ਸਾਰਿਆਂ ਨੂੰ ਪ੍ਰੇਮ ਦੀ। ਸ਼ਾਂਤ ਰੂਪ ਵਿੱਚ ਗੁਰੂ ਪੰਜਵੇਂ ਪਾਤਸ਼ਾਹ ਤੱਕ ਰਹੇ। ਛਟਮ ਪੀਰ ਬੈਠਾ ਗੁਰ ਭਾਰੀ। ਭਾਰੀ ਗੁਰੂ ਕਿਉਂ ਕਹਿ ਦਿੱਤਾ? ਦੂਜੇ ਗੁਰੂ ਘੱਟ ਭਾਰੀ ਸੀ, ਲੇਕਿਨ ਆਪ ਜੀ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ, ਅਕਾਲ ਤਖਤ ਰੱਜ ਦਿੱਤਾ। ਭਾਈ ਵਿਧੀ ਚੰਦ ਜੈਸੇ ਸੂਰਮੇ ਪ੍ਰਗਟ ਕਰਕੇ ਸਤ ਸੰਗਤ ਤੁਰਕਾਂ ਦਾ ਮੁਕਾਬਲਾ ਕੀਤਾ। ਛਟਮ ਪੀਰ ਬੈਠਾ ਗੁਰ ਭਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਨ ਬਾਰੋ ਬਾਰੀ। ਸੋਢ ਵੰਸ਼ ਦੀ ਪੀੜ੍ਹੀ ਬੀਬੀ ਭਾਨੀ ਦਾ ਬਰ ਲਿਆ ਹੋਇਆ ਜਾਣਨਾ ਦੇਸਾਂ ਸੋਢੀਆਂ। ਸੋਢ ਵੰਸ਼ ਵਿੱਚੋਂ ਗੁਰਤਾ ਗੱਦੀ ਬਾਹਰ ਨਾ ਜਾਵੇ। ਹੇ ਪਿਤਾ ਜੀ, ਉਹ ਸਤ ਸੰਗਤ ਜੀ ਜੋ ਤੋਹਾ ਜੁਗਤ ਸਹਿਸਾ ਕਾਇਆ ਫੇਰ ਪਲਟੀਐ, ਕੇਵਲ ਦੇਹ ਹੀ ਪਲਟਦੇ ਰਹੇ, ਜੋਤ ਉਹੀ ਗੁਰੂ ਨਾਨਕ ਦੇਵ ਜੀ ਆਲੀ ਰਹੀ। 7ਵੇਂ ਪਾਤਸ਼ਾਹ 8ਵੇਂ 9ਵੇਂ 10ਵੇਂ ਪਾਤਸ਼ਾਹ ਸਾਹਿਬਜ਼ਾਦਿਆਂ ਸਮੇਤ ਸਤ ਸੰਗਤ ਸੋਢ ਵੰਸ਼ ਵਿੱਚ ਪ੍ਰਫੁੱਲਤ ਹੋਏ। ਦਲ ਪੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ, ਬੜੇ ਭਾਰੀ ਪਰਉਪਕਾਰੀ ਹੋਏ ਆਪ ਜੀ। ਸਤ ਸੰਗਤ ਜੀ ਮੁਗਲ ਮਾਰ ਕਹਿੰਦੇ ਸੀ ਜਿੰਨੇ ਤੁਰਕ ਸਨ, ਸਾਰੇ ਥਾਂ ਥਾਂ ਤੇ ਆਪ ਜੀ ਉੱਗੇ ਹੋਏ। ਸਿੱਖਾਂ ਨੇ ਇੱਕ ਦਿਨ ਬੇਨਤੀ ਕਰਕੇ ਪੁੱਛਿਆ, ਮਹਾਰਾਜ ਅੱਗੇ ਕੀ ਵਰਤਾਰਾ ਵਰਤਾਓਗੇ? 6 ਮਹਿਲਾਂ ਤੱਕ ਤਾਂ ਤੁਹਾਡੇ ਦਰਸ਼ਨ ਹੋ ਗਏ ਹਨ। ਅਗਮ ਗੋਚਰ ਸਤਿਗੁਰੂ ਮੁਖ ਤੇ ਬੋਲੇ, ਸੁਣੋ ਸੰਸਾਰੀ, ਕਲਯੁਗ ਪੀੜ੍ਹੀ ਸੋਢੀਆਂ ਨਿਹਚਲ ਨੀਵ ਉਸਾਰ ਖਿਲਾਰੀ। ਕਲਯੁਗ ਦੇ ਸਮੇਂ 'ਚ ਇਹ ਜਿਹੜੀ ਸੋਢ ਵੰਸ਼ ਦੀ ਪੀੜ੍ਹੀ ਚੱਲ ਰਹੀ ਹੈ, ਇਹ ਅਚਲ ਹੈ,
ਇਹ ਸਾਰੀ ਅਚਲ ਨਿਉ ਹੈ, ਕੋਈ ਪੱਟਣ ਵਾਲਾ ਨਹੀਂ ਹੈ। ਇਸ ਕਰਕੇ ਗੁਰਸਿੱਖੋ ਤੁਸੀਂ ਸਾਰੇ ਹੀ ਸੋਢੀ ਹੋ, ਜਿੰਨੇ ਅੰਮ੍ਰਿਤ ਧਾਰੀ ਹੋ ਸਾਰੇ ਸਤ ਸੰਗੀ ਅਚਲ ਨਿਉ ਗੁਰਸਿੱਖੀ ਦੀ ਰੱਖ ਦਿੱਤੀ ਆਪ ਜੀ ਨੇ। ਜੁਗ ਜੁਗ ਸਤਿਗੁਰ ਧਰੇ ਅਵਤਾਰੀ, ਜੁਗ ਦੋ ਨੂੰ ਕਹਿੰਦੇ ਐ, ਦੋ ਗਿਰ ਜੁਗ ਜੋ ਕਿਹਾ ਕਰਕੇ ਚਾਰ ਸਰੂਪ ਅਸੀਂ ਹੋਰ ਧਾਰਾਂਗੇ। ਇਹ ਸੰਗਤਾਂ ਨੂੰ ਛੇਵੇਂ ਪਾਤਸ਼ਾਹ ਨੇ ਦੱਸ ਦਿੱਤਾ ਸੀ, ਭਾਈ ਗੁਰਦਾਸ ਜੀ ਦੀ ਗਵਾਹੀ ਹੈ। ਐਸੇ ਸਤਿਗੁਰਾਂ ਨੇ ਸਤ ਸੰਗਤ ਜੀ ਘਰ ਵਾਰੀ ਹੋਏ ਵਰਤਿਆ, ਘਰ ਵਾਰੀ ਹੋਏ ਪੈਰੀ ਪਾਏ। ਉਸ ਤੋਂ ਉਪਰੰਤ ਜਿਸ ਵੇਲੇ ਪੰਜਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ, ਆਪ ਨੇ ਅਕਾਲ ਤਖਤ ਰਚਨਾ, ਵੀਰੀ ਪੀਰੀ ਦੀਆਂ ਤਲਵਾਰਾਂ ਪਹਿਨਣੀਆਂ, ਬਾਬਾ ਬੁੱਢਾ ਸਾਹਿਬ ਜੀ ਨੇ ਤਿਲਕ ਦੇਣਾ। ਉਧਰ ਪਾਪੀ ਜਿਹੜਾ ਪਾਪ ਕਰਦਾ ਉਹ ਕਦੇ ਸ਼ਾਂਤੀ ਨਾਲ ਨਹੀਂ ਬਹਿੰਦਾ, ਨਾ ਹੀ ਉਹਦੇ ਮਨ ਵਿੱਚ ਕਦੇ ਸ਼ਾਂਤੀ ਆਉਂਦੀ ਹੈ। ਪਾਪ ਤੋਂ ਕਰ ਬੈਠਾ ਚੰਦੂ, ਜਿਹਦਾ ਕੁਝ ਵੀ ਵਿਗਾੜਿਆ ਨਹੀਂ ਸੀ, ਲੇਕਿਨ ਮਨ ਵਿੱਚ ਕਾਂਬਾ ਉੱਠ ਖੜਿਆ ਕਿ ਇਹਨਾਂ ਦਾ ਸਾਹਿਬਜ਼ਾਦਾ ਮੈਨੂੰ ਮਾਰੇਗਾ। ਡਰਦਾ ਸੀ, ਚਾਹੁੰਦਾ ਸੀ ਕਿ ਜਹਾਂਗੀਰ ਨੂੰ ਆਪਣੇ ਆਖੇ ਲਾ ਕੇ ਢੰਗ ਦੇ ਨਾਲ ਇਹਨਾਂ ਦੇ ਸਾਹਿਬਜ਼ਾਦੇ ਨੂੰ ਵੀ ਮੈਂ ਕਿਵੇਂ ਜੇਲ੍ਹ ਵਿੱਚ ਲਿਜਾ ਕੇ ਮਰਵਾ ਦਿਆਂ। ਇਉਂ ਨਹੀਂ ਪਤਾ ਕਿ ਮੈਂ ਆਪ ਦੇ ਹੀ ਬੇੜੀਆਂ ਪਵਾ ਰਿਹਾ ਹਾਂ। ਉਧਰ ਸਤ ਸੰਗਤ ਜੀ ਜੋਤਸ਼ੀ ਨੂੰ ਕਹਿ ਕੇ ਕਿ ਹੇ ਜਹਾਂਗੀਰ, ਤੇਰੇ ਦੇ 60 ਸਤੀ ਆ ਗਈ ਤਾਂ ਟਲ ਸਕਦੀ ਹੈ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਕਿਸੇ ਇੱਕ ਥਾਂ ਬੈਠ ਕੇ ਤੇਰੇ ਨਿਮਿਤ ਕੋਈ ਜਾਪ ਜਪਣ, ਚਲੀਸਾ ਕੱਢਣ। ਆਪ ਛੇਵੇਂ ਪਾਤਸ਼ਾਹ ਨੇ ਦਿੱਲੀ ਜਾਣਾ ਜਹਾਂਗੀਰ ਦੇ ਬੁਲਾਉਣ ਤੋਂ। ਮਾਤਾ ਜੀ ਦਾ ਹਿਰਦਾ ਕੰਬ ਜਾਣਾ ਗੰਗਾ ਦਾ ਕਿ ਅੱਗੇ ਪਤੀ ਦੇਵ ਕਸ਼ਟ ਝੱਲ ਕੇ ਲਾਹੌਰ ਸਮਾ ਗਏ। ਇੱਕੋ ਇੱਕ ਪੁੱਤਰ ਹੈ, ਦਿੱਲੀ ਚਲਿਆ ਗਿਆ, ਕੀ ਪਤਾ ਕਦੋਂ ਮੁੜ ਕੇ ਆਉਣਗੇ। ਗਵਾਲੀਅਰ ਦੇ ਕਿਲੇ ਚਲੇ ਜਾਣਾ, 52 ਰਾਜਿਆਂ ਨੂੰ ਕੱਢਣਾ, ਤੁਰਕ ਦੇ ਘਰ ਦਾ ਅੰਨ ਨਾ ਖਾਣਾ। ਜੇਠਾ ਤੇ ਪੁਰਾਣੇ ਨੇ ਜਾ ਕੇ ਠਠਿਆਰਾਂ ਦੇ ਜਿੱਥੇ ਭਾਂਡੇ ਘਰ ਦੇ ਸੱਟਾਂ ਲਾਉਣੀਆਂ ਘਣਾ ਦੇ ਨਾਲ। 8 ਆਨੇ ਦਿਹਾੜੀ, ਦੋਨਾਂ ਨੇ 4-4 ਆਨੇ ਲਿਆਉਣੇ। ਉਹਦਾ ਭੋਜਨ ਬਣਾ ਕੇ ਛੇਵੇਂ ਪਾਤਸ਼ਾਹ ਨੂੰ ਛਕਾਉਣਾ। ਲੇਕਿਨ ਮਹਾਰਾਜ ਤੁਰਕਾਂ ਦੇ ਘਰ ਦਾ ਖਾਂਦੇ ਨਹੀਂ ਸਨ। ਜਿੰਨੀ ਰਸ ਤੁਰਕਾਂ ਦੀ ਲਾਈ ਹੋਈ ਸੀ ਸਾਰੀ ਦਾ ਕੜਾਹ ਪ੍ਰਸ਼ਾਦ ਬਣਾ ਕੇ ਗਵਾਲੀਅਰ ਦੇ ਕਿਲੇ ਸਤ ਸੰਗਤ ਜੀ ਸਾਰੇ ਕੈਦੀਆਂ ਲੋਕਾਂ ਨੂੰ ਛਕਾ ਦਿੰਦੇ ਸੀ। ਸੋ ਆਪ ਜੀ ਨੇ ਸਤ ਸੰਗਤ ਜੀ ਉੱਥੋਂ ਆ ਕੇ ਇਹਨੇ ਭੈ ਧਾਰਨਾ। ਜਦੋਂ ਇਹਨੂੰ ਸ਼ੇਰ ਡਰਾਉਣ ਲੱਗੇ ਬਣ ਕੇ ਜੇਠਾ ਪੁਰਾਣਾ, ਬਾਬਾ ਬੁੱਢਾ ਜੀ ਨੇ ਪਹੁੰਚਣਾ, ਘੋੜਿਆਂ ਦੀ ਸਾਂਭ ਰੱਖਣੀ। ਛੇਵੇਂ ਪਾਤਸ਼ਾਹ ਨੇ ਜਮਨਾ ਦੇ ਕਿਨਾਰੇ ਤੇ ਬੈਠ ਕੇ ਕਹਿਣਾ, ਬਾਬਾ ਜੀ ਘੋੜੇ ਬੜੇ ਪੁਸ਼ਟ ਕੀਤੇ ਨੇ ਘਾਹ ਚਰਾ ਕੇ, ਅਸੀਂ ਬਹੁਤ ਪ੍ਰਸੰਨ ਹੈ ਤੁਹਾਡੇ ਨਾਂ ਤੇ ਪੰਥ ਵਿੱਚ ਦਲ ਚੱਲਣਗੇ। ਬੁੱਢਾ ਦਲ ਸਤ ਸੰਗਤ ਜੀ ਬਾਬਾ ਬੁੱਢਾ ਜੀ ਦੇ ਨਾਂ ਤੇ ਪ੍ਰਗਟ ਹੋਏ। ਭਾਵੇਂ ਅੱਜ ਕਿੰਨਿਆਂ ਦਲਾਂ ਦੀਆਂ ਸ਼ਾਖਾ ਹਨ, ਲੇਕਿਨ ਪੁਰਾਤਨ ਦਲ ਬਾਬਾ ਬੁੱਢਾ ਜੀ ਦੇ ਨਾਂ ਤੇ ਸਤ ਸੰਗਤ ਜੀ ਸਿੰਘਾਂ ਦੇ ਜਲ ਚਲੇ ਆ ਰਹੇ ਹਨ। ਜਿਸ ਵੇਲੇ ਸਤ ਸੰਗਤ ਜੀ ਥਰ ਥਰ ਕੰਬਿਆ, ਇਹਦਾ ਮਾਮਾ ਸ਼ੇਰ ਦੀ ਜੂਨੀ ਪਿਆ ਹੋਇਆ ਸਤ ਸੰਗਤ ਜੀ ਮਾਸਾਹਾਰੀ ਹੋਣੇ ਕਰਕੇ ਉਹਦੀ ਕਲਿਆਣ ਕੀਤੀ। ਜਹਾਂਗੀਰ ਸਤ ਸੰਗਤ ਜੀ ਭਾਵਨਾ ਦੇ ਸਹਿਤ ਜੁੜਿਆ, ਕਹਿੰਦਾ ਮਹਾਰਾਜ ਤੁਹਾਡੇ ਪਿਤਾ ਨੂੰ ਸ਼ਹੀਦ ਕਰਨ ਵਾਲਾ ਆ ਚੰਦੂ ਪਾਪੀਆ, ਮੇਰਾ ਕੋਈ ਕਸੂਰ ਨਹੀਂ, ਇਹਨੂੰ ਪਕੜ ਲਓ। ਉਹ ਜਿਹੜੇ ਵਿਧੀ ਚੰਦ ਹੋਣਾ ਨੇ ਅੱਖੀਂ ਦੇਖਿਆ ਹੋਇਆ ਸੀ ਮਹਾਰਾਜ ਤੱਤੀਆਂ ਤਵੀਆਂ ਸੀ ਝਲਦਿਆਂ ਨੂੰ, ਉਹ ਦਿਨ ਦੂਰ ਨਾ ਆਏ। ਉਹਨਾਂ ਨੂੰ ਚਾਅ ਚੜ੍ਹ ਗਿਆ। ਵਿਧੀ ਚੰਦ ਨੇ ਲਾ ਕੇ ਛਿੱਤਰ ਸਤ ਸੰਗਤ ਜੀ ਤਾਲੂਏ 'ਚ ਮਾਰਿਆ ਬੇਈਮਾਨ ਦੇ, ਨਕੇਲ ਪਾ ਕੇ ਸਤ ਸੰਗਤ ਜੀ ਨੂੰ ਬੰਨ੍ਹ ਕੇ ਕੁੱਤਿਆਂ ਦਾ ਜੂਠਾ ਖਵਾ ਕੇ ਵਾਪਸ ਆਏ। ਦੀਵਾਲੀ ਦੇ ਪੁਰਬ ਮਨਾਏ। ਲਾਹੌਰ ਜਾ ਕੇ ਜਿਹੜੇ ਕੜਛੇ ਨਾਲ ਤੱਤੀ ਰੇਤ ਪਾਉਂਦਾ ਉਹਦਾ ਦੀ ਪਟਿਆਰਾ, ਉਸੇ ਪਟਿਆਰੇ ਦੇ ਕੜਛੇ ਦੇ ਸਿਰ 'ਚ ਮਾਰਨ ਤੋਂ ਸਤ ਸੰਗਤ ਜੀ ਇਹਦੀ ਬੇਈਮਾਨ ਦੀ ਮੌਤ ਹੋਈ। ਉਸ ਤੋਂ ਉਪਰੰਤ ਆਪ ਜੀ ਮੌਜ ਦੇ ਮਾਲਕ ਤਖਤ ਦੇ ਉੱਤੇ ਸਤ ਸੰਗਤ ਜੀ ਸ਼ਾਮ ਦੇ ਟਾਈਮ ਦੀਵਾਨ ਸੱਜਣੇ, ਲੱਥਾ ਤੇ ਵਦੁੱਲਾ ਢਾਡੀ ਰੱਖੇ, ਢਾਡੀਆਂ ਦੀਆਂ 12 ਗਾਉਣੀਆਂ, ਵੱਡੇ ਵੱਡੇ ਸੂਰਮਿਆਂ ਦੀਆਂ 9 ਧੁਨਾਂ ਆਦਿ ਗੁਰੂ ਗ੍ਰੰਥ ਸਾਹਿਬ ਚੜਾਉਣੀਆਂ। ਟੁੰਡੇ ਸਰਾਜੇ ਕੀ ਧੁਨੀ, ਸਿਕੰਦਰ ਬ੍ਰਾਹਮ ਕੀ ਧੁਨੀ, ਮੂਸੇ ਕੀ ਵਾਰ ਕੀ ਧੁਨੀ, ਇਤਿਆਦਿ 9 ਧੁਨਾਂ ਮਹਾਰਾਜ ਨੇ ਆਦਿ ਗੁਰੂ ਗ੍ਰੰਥ ਸਾਹਿਬ ਚੜਾਉਣੀਆਂ। ਆਗਿਆ ਦੇਣੀ 12 ਨੂੰ ਗਾਉਣ ਦੀ, ਵੀਰ ਰਸ ਭਰਨਾ, ਇਤਿਆਦਿ ਸਤ ਸੰਗਤ ਜੀ ਉਪਦੇਸ਼ ਦੇਣਾ। ਜਿੱਥੇ ਜਿੱਥੇ ਦੀਆਂ ਸੰਗਤਾਂ ਆਉਣੀਆਂ ਨਿਹਾਲ ਕਰਨਾ। ਕੁੱਜੇ 'ਚ ਸਮੁੰਦਰ ਨਹੀਂ ਬੰਦ ਕੀਤਾ ਜਾਂਦਾ ਖਾਲਸਾ ਜੀ। ਗੁਰੂ ਕਾ ਸਾਰਾ ਜਸ, ਸਾਰੀ ਮਹਿਮਾ ਆਪਾਂ ਕਿੰਨਾ ਕੁ ਰਸਨਾ ਨਾ ਕਹਿ ਸਕਾਂਗੇ, ਪਰ ਜਿੰਨੀ ਮਹਿਮਾ ਗੁਰੂ ਕੀ ਸੁਣਾਂਗੇ ਵਡਿਆਈ, ਖਾਲਸਾ ਜੀ ਆਪਣੀ ਕਲਿਆਣ ਹੀ ਕਲਿਆਣ ਹੈ। ਸਤਿਗੁਰੂ ਜੀ ਆਪਣੇ ਰਾਖੇ ਹੋਣਗੇ। ਸੋ ਪ੍ਰੇਮੀਓ, ਆਪ ਸੱਚੇ ਪਾਤਸ਼ਾਹ ਨੇ ਅਣਹੋਈ ਬੈਰ ਈਰਖਾ ਕਰਨ ਵਾਲਾ ਅਬ ਇੱਥੋਂ ਸਤ ਸੰਗਤ ਜੀ ਮੁਗਲ ਖਾਂ ਸੂਬਾ ਲਾਹੌਰੀਆ ਚੜ੍ਹ ਕੇ ਆ 7000 ਫੌਜ ਲੈ ਕੇ। ਬਚਨ ਪੂਰੇ ਹੋਣੇ ਸੀ, ਸੰਗਤ ਆਈ। ਬੀਬੀ ਬੀਰੋ ਜੀ ਦਾ ਵਿਆਹ ਸੀ।
ਲੰਗਰ ਵਿੱਚ ਥੁੜ ਹੋਈ। ਮਹਾਰਾਜ ਕਹਿੰਦੇ ਭਾਈ ਸੰਗਤਾਂ ਕਿਉਂ ਭੁੱਖੀਆਂ ਰੱਖਣੀਆਂ, ਮਠਿਆਈਆਂ ਗੁਰੂ ਕੇ ਮਹਿਲਾਂ 'ਚ ਪੱਕਦੀਆਂ, ਲਿਆਓ ਟੋਕਰੇ ਭਰ ਕੇ। ਮਾਤਾ ਦਮੋਦਰੀ ਕਹਿੰਦੀ ਸਗਨਾਂ ਦੀ ਮਠਿਆਈ ਜੰਝ ਖਾਊ, ਮੈਂ ਨਹੀਂ ਦੇਣੀ। ਮਹਾਰਾਜ ਕਹਿੰਦੇ ਚੰਗਾ, ਜਿਹੜੀ ਮਠਿਆਈ ਸਾਡੇ ਸਿੱਖਾਂ ਦੇ ਮੂੰਹ 'ਚ ਨਾ ਪਈ ਇਹਨੂੰ ਤੁਰਕ ਖਾਣਗੇ। ਕਿਹੜਾ ਸਾਧ ਸੰਗਤ ਜੀ ਆਪਣੀ ਪੁੱਤਰੀ ਦੇ ਵਿਆਹ ਵਿੱਚ ਵਿਘਨ ਪਾਉਂਦਾ ਹੈ? ਗ੍ਰਸਤੀ ਜਿਹੜਾ ਸੰਗਤ ਨੂੰ ਸਾਧ ਸੰਗਤ ਜੀ ਸਤਿਕਾਰ ਦਿੰਦਾ ਹੋਇਆ। ਤੁਰਕ ਚੜ੍ਹ ਕੇ ਆਏ, ਜੰਗ ਹੋਇਆ, ਉਧਰ ਸਾਧ ਸੰਗਤ ਵਿਆਹ ਦੀਆਂ ਤਿਆਰੀਆਂ। ਤੁਰਕਾਂ ਨੇ ਆ ਕੇ ਅੰਮ੍ਰਿਤਸਰ ਵਿੱਚ ਹਨੇਰੇ ਵੜ ਗਏ। ਸਾਰਾ ਪਰਿਵਾਰ ਸਾਧ ਸੰਗਤ ਜੀ ਇੱਧਰ ਰਾਮਸਰ ਵੱਲ ਨੂੰ, ਮਹਾਰਾਜ ਉਦੋਂ ਜੰਗਲ ਹੁੰਦਾ ਬੇਰੀਆਂ ਦਾ, ਲੈ ਆਏ। ਗੋਂਦਵਾਲ ਸਾਹਿਬ ਇੱਥੋਂ ਚਲਿਆ ਗਿਆ ਸਾਰਾ ਪਰਿਵਾਰ। ਮਠਿਆਈਆਂ ਤੁਰਕਾਂ ਨੇ ਖਾਧੀਆਂ। ਉਧਰੋਂ ਜੰਨ ਚੜ੍ਹੀ ਆ ਰਹੀ ਹੈ, ਜੰਨ ਝਵਾਲ ਹੀ ਰੋਕ ਲਈ। ਜੰਗ ਫਤਿਹ ਕਰਕੇ ਆਪ ਜੀ ਨੇ ਉੱਥੇ ਬੀਬੀ ਬੀਰੋ ਜੀ ਦੇ ਆਨੰਦ ਕਾਰਜ ਕੀਤੇ। ਗੋਂਦਵਾਲ ਸਾਹਿਬ ਪਹੁੰਚੇ, ਸਹਿਜੇ ਸਹਿਜੇ ਸਾਧ ਸੰਗਤ ਜੀ ਮਾਝੇ 'ਚ ਵਿਚਰਦਿਆਂ ਹੋਇਆਂ ਨੇ ਸੰਗਤਾਂ ਨੂੰ ਉਤਾਰਿਆ। ਉਸ ਤੋਂ ਉਪਰੰਤ ਦੂਜਾ ਜੰਗ ਸਾਧ ਸੰਗਤ ਜੀ ਪੈਂਦੇ ਖਾਂ ਲੈ ਕੇ ਆਇਆ। ਸਾਧ ਸੰਗਤ ਜੀ ਅਬਦੁਲ ਖਾਂ ਸੂਬਾ 15,000 ਫੌਜ ਹਰਗੋਬਿੰਦਪੁਰੇ, ਉੱਥੇ ਫਤਿਹ ਪ੍ਰਾਪਤ ਕੀਤੀ। ਸਾਧ ਸੰਗਤ ਜੀ ਇਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਤੀਜਾ ਜੰਗ ਸਾਧ ਸੰਗਤ ਜੀ ਘੋੜੇ ਵਿਧੀ ਚੰਦ ਲੈ ਆਇਆ ਸੀ। ਝੂਠ ਨਹੀਂ ਬੋਲਿਆ, ਦੱਸ ਦਿੱਤਾ ਕਿ ਸਾਡੇ ਘੋੜੇ ਸੀ, ਅਸੀਂ ਲੈ ਗਏ ਆ। ਸ਼ਾਹਜਹਾਨ ਤੇਰੀ ਤਾਕਤ ਆ ਤਾਂ ਛੀਨ ਲੈ ਤੂੰ ਸਾਡੇ ਕੋਲੋਂ। ਉਹ ਸਾਧ ਸੰਗਤ ਜੀ ਕਾਬਲ ਦਾ ਸੂਬਾ ਡਲਾ ਬੇਗ ਚੜ੍ਹਿਆ 35,000 ਫੌਜ ਲੈ ਕੇ। ਉਹ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਜੀ ਮੌਤ ਦੇ ਘਾਟ ਉਤਾਰਿਆ। ਕਾਂਗੜ ਵਾਲੇ ਰਜਵਾੜੇ ਰਾਏ ਜੋਧ ਨੇ ਬੜੀ ਭਾਰੀ ਸਾਧ ਸੰਗਤ ਜੀ ਸਹਾਇਤਾ ਦਿੱਤੀ। ਮਹਾਰਾਜ ਨੇ ਭਰ ਬਖਸ਼ਾਂ ਕੀਤੀਆਂ ਇਹਨਾਂ ਨੂੰ। ਚੌਥਾ ਜੰਗ ਸਾਧ ਸੰਗਤ ਜੀ ਕਰਤਾਰਪੁਰ ਕੀਤਾ ਹੈ 1691 ਵਿੱਚ। ਪਹਿਲੇ ਕੋਈ 85 'ਚ, ਇੱਕ 87 'ਚ, ਇੱਕ 88  'ਚ ਜੰਗ ਹੋਏ ਖਾਲਸਾ ਜੀ। ਥੋੜ੍ਹੇ ਥੋੜ੍ਹੇ ਸਮੇਂ ਥਾਂ ਥਾਂ 'ਤੇ ਵਿਚਰ ਕੇ ਜਿੱਥੇ ਕੋਈ ਚੇਤੇ ਕਰਦਾ ਕਿੱਥੇ ਨਾਨਕ ਮਤਾ ਹੈ। ਉਦਾਸੀ ਅਲਮਸਤ ਸਾਧੂ ਬਾਬਾ ਗੁਰਦਿੱਤਾ ਜੀ ਦਾ ਚੇਲਾ ਕਹਿੰਦਾ ਮਹਾਰਾਜ ਜੋਗੀਆਂ ਸਿੱਧਾਂ ਨੇ ਗੁਰੂ ਨਾਨਕ ਦੇਵ ਦੀ ਨਿਸ਼ਾਨੀ ਪਿੱਪੜ ਸਾੜ ਦਿੱਤਾ, ਮੇਰੀ ਰੱਖਿਆ ਕਰੋ। 500 ਘੋੜ ਸਵਾਰ ਲੈ ਕੇ ਜਾ ਕੇ ਦੁਬਾਰਾ ਪਿੱਪਲ ਸਰਜੀਤ ਕੀਤਾ, ਜਿਹੜੇ ਪਿੱਪਲ ਦੇ ਦਰਸ਼ਨ ਕਰਦੇ ਹਾਂ, ਨਾਲੇ ਉਸਤਾਦ ਦੀ ਸਾਰ ਲਈ। ਐਸੇ ਸਤਿਗੁਰੂ ਅੰਤਰਜਾਮੀ ਸਤ ਸੰਗਤ ਜੀ ਆਪ ਜੀ ਨੇ ਕਰਤਾਰਪੁਰ ਦਾ ਜੰਗ ਕੀਤਾ। ਪੈਂਦੇ ਖਾਂ ਨਿਮਕ ਹਰਾਮੀ ਹੋਇਆ, ਮਾਰਿਆ ਗਿਆ। ਇੱਥੋਂ ਆਪ ਜੀ ਸਤ ਸੰਗਤ ਜੀ ਕੀਰਤਪੁਰ ਸਾਹਿਬ ਆਏ। ਇੱਥੇ ਆ ਕੇ ਬਾਬਾ ਗੁਰਦਿੱਤਾ ਜੀ ਨੂੰ ਪਹਿਲਾਂ ਹੀ ਭੇਜ ਦਿੱਤਾ ਸੀ, ਇਹ ਨਗਰੀ ਵਸਾਈ ਸੀ। ਆਪ ਨੇ ਆ ਕੇ ਸਤ ਸੰਗਤ ਜੀ ਭਾਣੇ ਦੇ ਮਾਲਕ ਹਨ ਸੂਰਜਮਲ ਨੂੰ ਕਿਹਾ, ਪੁੱਤਰ ਗੁਰਤਾ ਗੱਦੀ ਤੇ ਬੈਠਣਾ। ਕਹਿੰਦਾ ਨਾ ਮਹਾਰਾਜ, ਮੈਨੂੰ ਸਿੱਖੀ ਬਖਸ਼ ਦਿਓ। ਅਣੀ ਰਾਏ ਬਿਲਕੁਲ ਹੀ ਮਸਤ ਰਹਿੰਦਾ ਸੀ, ਦੋਨੋਂ ਸਾਹਿਬਜ਼ਾਦੇ। ਅਟਲ ਰਾਏ ਜੀ ਸਤ ਸੰਗਤ ਜੀ ਸੋਨੀ ਖੱਤਰੀ ਸੱਪ ਦਾ ਲੜਕਾ ਸੱਪ ਲੜ ਕੇ ਮਰ ਗਿਆ ਸੀ ਅੰਮ੍ਰਿਤਸਰ। ਉਹਨੂੰ ਜਿਉਂਦਾ ਕਰਨ ਪਿੱਛੇ ਸਤ ਸੰਗਤ ਜੀ ਮਹਾਰਾਜ ਕਰੋਪ ਹੋਏ। ਅਟਲ ਰਾਏ ਜੀ ਉੱਥੇ ਹੀ ਸਮਾ ਗਏ ਸੀ। ਬੀਬੀ ਬਿਰੋ ਜੀ ਵਿਆਹੀ ਗਈ। ਬਾਬਾ ਗੁਰਦਿੱਤਾ ਜੀ ਸਤ ਸੰਗਤ ਜੀ ਪਹਾੜੀਆਂ ਦੀ ਗਊ ਸ਼ਿਕਾਰ ਗਏ, ਤੀਰ ਲੱਗ ਕੇ ਇੱਕ ਸਿੱਖ ਤੋਂ ਮਾਰੀ ਗਈ। ਉਹ ਜਿਉਂਦੀ ਕਰਨ ਪਿੱਛੇ ਸਤ ਸੰਗਤ ਜੀ ਭਾਣਾ ਵਰਤਾ ਗਏ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਹਮੇਸ਼ਾ ਵਾਸਤੇ ਮਸਤੀ 'ਚ ਰਹਿੰਦੇ, ਛੋਟਾ ਸਰੀਰ ਸੀ। ਮਾਤਾ ਨਾਨਕੀ ਕਹਿਣ ਲੱਗੀ, ਹੈ ਪਤੀ ਦੇਵ ਪੋਤਰੇ ਨੂੰ ਗੁਰਤਾ ਗੱਦੀ ਦੇ ਦਿੱਤੀ। ਇਹ ਜਿਹੜਾ ਵੱਡਾ ਪੋਤਰਾ ਸੀ ਸਤ ਸੰਗਤ ਜੀ ਧੀਰਮਲ, ਇਹ ਬੇਈਮਾਨ ਚਿੱਠੀਆਂ ਲਿਖਦਾ ਰਿਹਾ ਸ਼ਾਹਜਹਾਨ ਨੂੰ ਕਿ ਮੇਰਾ ਦਾਦਾ ਤੁਹਾਡੇ ਨਾਲ ਜੰਗ ਲੜਦਾ ਹੈ, ਮੈਂ ਇਹਦਾ ਪਰਤ ਪੱਖੀ ਹਾਂ, ਮੇਰਾ ਪੱਖ, ਮੈਂ ਤੁਹਾਡੇ ਪੱਖ ਵਿੱਚ ਹਾਂ। ਵਜ਼ੀਰ ਖਾਂ ਵਜ਼ੀਰ ਸਤ ਸੰਗਤ ਜੀ ਚਿੱਠੀਆਂ ਲੁਕਾਉਂਦਾ ਰਿਹਾ, ਜਿਹਦੀ ਜਰੋਧਰ ਦੀ ਬਿਮਾਰੀ 5ਵੇਂ ਪਾਤਸ਼ਾਹ ਨੇ ਹਟਾਈ ਸੀ। ਸੋ ਰਾਹ ਵਿਚਾਰ 7ਵੇਂ ਪਾਤਸ਼ਾਹ ਗੁਰਤਾ ਗੱਦੀ ਦੇ ਮਾਲਕ ਬਣੇ। ਆਪ ਜੀ ਨੇ ਸਤ ਸੰਗਤ ਜੀ 7 ਦਿਨ ਪਹਿਲਾਂ ਗੁਰਤਾ ਗੱਦੀ ਦੇ ਕੇ ਆਪ ਜੀ ਜਿੱਥੇ ਪਤਾਲਪੁਰੀ ਹੈ ਉੱਥੇ ਕਮਰਾ ਬਣਾਇਆ ਸੀ, ਵਿੱਚ ਵੀਰ ਆਸਣ ਸਤ ਸੰਗਤ ਜੀ ਬੈਠ ਗਏ। ਕਹਿ ਦਿੱਤਾ ਕਿ ਅੱਜ ਤੋਂ 7ਵੇਂ ਦਿਨ ਨੂੰ ਆ ਕੇ ਤੁਸੀਂ ਦਰਵਾਜ਼ਾ ਖੋਲ੍ਹ ਲਿਓ ਅਤੇ ਅਰਦਾਸਾ ਸੋਧ ਕੇ ਦਰਵਾਜ਼ਾ ਖੋਲ੍ਹਣਾ। 7 ਦਿਨ ਸੰਗਤਾਂ ਉਡੀਕਦੀਆਂ ਰਹੀਆਂ। 7ਵੇਂ ਗੁਰੂ ਹਰਿਰਾਏ ਸਾਹਿਬ ਜੀ ਸਤ ਸੰਗਤ ਜੀ ਗਏ, ਅਰਦਾਸ ਕੀਤੀ, ਕੜਕ ਦੇਣੇ ਅੰਦਰੋਂ ਕਮਰਾ ਖੁੱਲ੍ਹ ਗਿਆ ਦਰਵਾਜ਼ਾ। ਕੀ ਦੇਖਦੇ ਆ ਸਤ ਸੰਗਤ ਜੀ ਆਪਣੀ ਮੌਜ ਵਿੱਚ ਢੋਲ ਆਈ ਕੰਧ ਦੇ ਨਾਲ ਜੋਤੀ ਜੋਤ ਸਮਾਏ ਹੋਏ ਹਨ। ਆਪ ਜੀ ਸਤ ਸੰਗਤ ਜੀ ਅੱਜ ਦੇ ਦਿਨ ਗੁਰੂ ਹਰਿਰਾਏ ਸਾਹਿਬ ਜੀ ਦੇ ਸੰਗਤਾਂ ਦੇ ਸਮੇਤ ਆਪ ਜੀ ਦਾ ਸਤ ਸੰਗਤ ਜੀ ਮਰਜ਼ਾਦਾ ਦੇ ਨਾਲ ਪਤਾਲਪੁਰੀ ਸੰਸਕਾਰ ਕੀਤਾ, ਨਾਲੇ ਵਰ ਦਿੱਤਾ, ਲਓ ਪ੍ਰੇਮੀਓ ਇਸ ਭੂਮੀ 'ਤੇ ਜਿਹੜੇ ਪ੍ਰੇਮੀਆਂ ਦੀਆਂ ਇਵੇਂ ਅਸਥੀਆਂ ਆ ਜਾਣਗੀਆਂ, ਜਿਹੜੇ ਪ੍ਰੇਮੀ ਸੰਸਕਾਰੇ ਜਾਇਆ ਕਰਨਗੇ ਸਰੀਰ ਕਰਕੇ, ਉਹਨਾਂ ਦੇ ਗੁਰੂ ਸਾਹਿਬ ਰਾਖੇ ਹੋਣਗੇ। 7ਵੇਂ ਪਾਤਸ਼ਾਹ ਦੇ ਵੀ ਉੱਥੇ ਸੰਸਕਾਰ ਕੀਤਾ। 8ਵੇਂ ਪਾਤਸ਼ਾਹ ਦੀਆਂ ਅਸਥੀਆਂ ਉੱਥੇ ਆਈਆਂ ਦਿੱਲੀ ਤੋਂ।
ਰਾਮ ਰਾਏ ਦੀਆਂ ਅਸਥੀਆਂ ਵੀ ਉੱਥੇ ਹਨ। ਅਣੀ ਰਾਏ ਜੀ ਦਾ ਵੀ ਸਥਾਨ ਉੱਥੇ ਹੁੰਦਾ ਸੀ, ਹੁਣ ਉਹਨਾਂ ਨੇ ਢਾਹ ਦਿੱਤਾ ਹੈ, ਬਰੋਟੇ ਥੱਲੇ ਹੁੰਦਾ ਸੀ। ਇਉਂ ਸਾਧ ਸੰਗਤ ਜੀ ਉਹ ਪਾਵਰ ਭੂਮੀ 'ਚ ਆਪ ਜੀ ਅੱਜ ਦੇ ਦਿਨ ਜੋਤੀ ਜੋਤ ਸਮਾ ਗਏ। ਇਤਨਾ ਸਤਸੰਗ ਸੰਖੇਪ ਨਾਲ ਆਪਾਂ ਗੁਰੂ ਸਾਹਿਬ ਦੇ ਗੁਣਾਂ ਨੂੰ ਚੇਤੇ ਕੀਤਾ ਹੈ। ਬੇਨਤੀਆਂ ਕਰੀਏ, ਹੈ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਿਓ। ਆ ਮਾਨਸ ਦੇ ਹੀ ਕਦੇ ਸਿੱਖ ਜਾਤੀ ਜਗ ਨਾ ਕੋਈ ਤਿਰ ਰਿਹਾ। ਜਿਸ ਆਸਣ ਬੈਠੇ ਕਿਤੇ ਬੈਸ ਗਿਆ। ਜਿਹੜੇ ਆਸਣ ਤੇ ਆਪਾਂ ਬੈਠੇ ਆ ਕਿੰਨੇ ਹੀ ਬਹਿ ਬਹਿ ਕੇ ਤੋਂ ਚਲੇ ਗਏ। ਇਹ ਮਹਾਰਾਜ ਸਾਨੂੰ ਗੁਰਸਿੱਖੀ ਬਖਸ਼ ਦਿਓ। ਤੁਹਾਡੀ ਸਿੱਖੀ ਸਾਡੇ ਸੀਸ ਨਾਲ ਨਿਭ ਜਾਵੇ, ਜਿਸ ਕਰ ਅਸੀਂ ਕਿਰਤ ਹੋਈਏ। ਭੁੱਲਾਂ ਚੁੱਕਣ ਸਾਧ